ਧੰਨ ਵਾਹਿਗੁਰੂ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਪਾਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲਹਾਂ ਤਬ ਬਿਸਮ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾ। ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੱਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰੂ ਦੀ ਮੁਬਾਰਕ ਗੋਦ ਵਿੱਚ ਸੱਜ ਕੇ ਬੜੇ ਪ੍ਰੇਮ ਇਕਾਗਰਤਾ ਸਹਿਤ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਗੁਰੂ ਮਹਾਰਾਜ ਦੀ ਮੁਬਾਰਕ ਬਾਣੀ ਦੇ ਪਾਠ ਅਤੇ ਸ਼ਬਦ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਸਤਿਗੁਰੂ ਮਹਾਰਾਜ ਦੇ ਪਾਵਨ ਉਪਦੇਸ਼ ਅਤੇ ਗੁਰੂ ਮਹਾਰਾਜ ਦੇ ਪਾਵਨ ਜੀਵਨ ਦੇ ਵਿੱਚੋਂ ਜੋ ਸਤਿਗੁਰੂ ਜੀ ਨੇ ਸਾਨੂੰ ਸਾਡੇ ਜੀਵਨ ਦੀ ਸਫਲਤਾ ਲਈ ਰਹਿਨੁਮਾਈ ਬਖਸ਼ਿਸ਼ ਕੀਤੀ ਹੈ, ਗੁਰਮਤਿ ਵਿਚਾਰਾਂ ਦੇ ਨਾਲ ਸਾਂਝ ਬਣਾਉਣ ਦਾ ਯਤਨ ਕਰੀਏ। ਭਲੇ ਹੀ ਥੋੜ੍ਹੀ ਜਿਹੀ ਡਿਸਟਰਬੈਂਸ ਹੈ, ਜਿੰਨਾ ਚਿਰ ਪ੍ਰਬੰਧਕਾਂ ਵੱਲੋਂ ਇਸ ਮੁਤਲਕ ਆਪਾਂ ਨੂੰ ਅਗਲੀ ਜਾਣਕਾਰੀ ਨਹੀਂ ਮਿਲ ਜਾਂਦੀ, ਆਪਾਂ ਇਸੇ ਤਰ੍ਹਾਂ ਇਕਾਗਰਤਾ ਸਹਿਤ ਬੈਠਣ ਦਾ ਯਤਨ ਕਰਨਾ ਹੈ। ਸੋ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਮੁਬਾਰਕ ਫਤਿਹ ਨਾਲ ਸਾਂਝ ਬਣਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਮੁਬਾਰਕ ਬਾਣੀ ਵਿੱਚ ਸਤਿਗੁਰੂ ਤੋਂ ਸਦਕੇ ਜਾਣਾ, ਸਤਿਗੁਰੂ ਤੋਂ ਬਲਿਹਾਰ ਜਾਣਾ, ਗੁਰੂ ਦੀ ਮਹਿਮਾ ਦਾ ਕਥਨ ਅਤੇ ਪਰਮੇਸ਼ਰ ਦੀ ਸਿਫਤ ਸਲਾਹ, ਇਹਨਾਂ ਵਿਸ਼ਿਆਂ ਦੇ ਉੱਤੇ ਮਹਾਰਾਜ ਨੇ ਸਭ ਤੋਂ ਵਧੇਰੇ ਆਪਣੀ ਮੁਬਾਰਕ ਬਾਣੀ ਦੇ ਵਿੱਚ ਚਾਨਣਾ ਪਾਇਆ ਹੈ। ਜਿਹੜੇ ਸ਼ਬਦ ਦੇ ਮੁਬਾਰਕ ਬੰਦ 3 ਪੰਕਤੀਆਂ ਦੇ ਰੂਪ ਵਿੱਚ ਮੈਂ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ,
ਹਜ਼ੂਰ ਆਖਦੇ ਨੇ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲਾਂ ਤਬ ਬਿਸਮ ਹੋਏ ਜਾਏ। ਹੇ ਮੇਰੇ ਸੱਚੇ ਪਾਤਸ਼ਾਹ, ਮੈਂ ਤੇਰੇ ਗੁਣਾਂ ਦਾ ਕੀ ਵਰਣਨ ਕਰ ਸਕਦਾ ਹਾਂ। ਮੇਰੀ ਇੰਨੀ ਸਮਰੱਥਾ ਨਹੀਂ ਕਿ ਮੁਕੰਮਲ ਰੂਪ ਵਿੱਚ ਮੈਂ ਤੇਰੇ ਗੁਣਾਂ ਨੂੰ ਬਿਆਨ ਕਰਾਂ, ਅਤੇ ਜਿੰਨੇ ਵੀ ਮੈਂ ਗੁਣ ਬਿਆਨ ਕਰਾਂ ਉਹਨਾਂ ਬਾਰੇ ਮੈਂ ਦਾਅਵਾ ਕਰ ਸਕਾਂ ਕਿ ਮੈਂ ਤੇਰੇ ਬਾਰੇ ਕੁਝ ਬਹੁਤ ਵੱਡਾ ਜਾਂ ਬਹੁਤ ਉੱਚਾ ਕਹਿ ਸਕਿਆ ਹਾਂ। ਖਿਆਲ ਵਿੱਚ ਰੱਖਣਾ, ਇੱਕ ਬੰਦਾ ਡੂੰਘੀ ਖਾਈ ਦੇ ਵਿੱਚ ਖੜਾ ਹੋਵੇ ਨਾ, ਉਹ ਮਕਾਨ ਦੀ ਛੱਤ ਉੱਤੇ ਕੀ ਪਿਆ ਇਹ ਦੱਸ ਨਹੀਂ ਸਕਦਾ, ਕਿਉਂਕਿ ਉਹ ਆਪ ਬੜੇ ਨੀਵੇਂ ਲੈਵਲ ਦੇ ਉੱਤੇ ਖੜਾ ਹੈ। ਜਿਹੜਾ ਮਨੁੱਖ ਉਚਾਈ ਦੇ ਉੱਤੇ ਖੜਾ ਹੋਵੇ ਉਹ ਨੀਵੀਂ ਜਗ੍ਹਾ ਦੀ ਦੱਸ ਪਾ ਸਕਦਾ ਵੀ ਥੱਲੇ ਕੀ ਹੈ, ਜ਼ਮੀਨ ਦੇ ਲੈਵਲ ਦੇ ਉੱਤੇ ਕੀ ਹੈ। ਸਾਡੀ ਵੀ ਆਪਣੇ ਤੋਂ ਮਹਾਨ ਵਿਅਕਤੀਆਂ ਬਾਰੇ ਕੁਝ ਕਹਿਣ ਦੇ ਸੰਬੰਧ ਵਿੱਚ ਜਦੋਂ ਵਿਚਾਰ ਆਉਂਦਾ ਹੈ ਤਾਂ ਸਾਡੀ ਦਸ਼ਾ ਹੁੰਦੀ ਹੈ ਜਿਵੇਂ ਅਸੀਂ ਡੂੰਘੇ ਟੋਏ ਜਾਂ ਖਾਈ ਦੇ ਵਿੱਚ ਖੜੇ ਹੋਈਏ ਅਤੇ ਅਸੀਂ ਕੋਸ਼ਿਸ਼ ਕਰ ਰਹੇ ਹੋਈਏ ਜਿਹੜੇ ਬਹੁਤ ਉਚਾਈ ਦੇ ਉੱਤੇ ਖੜੇ ਨੇ ਉਹਨਾਂ ਬਾਰੇ ਕੁਝ ਕਹਿਣ ਦੀ ਅਤੇ ਕੁਝ ਦਾਅਵਾ ਕਰਨ ਦੀ। ਜਗਤ ਗੁਰੂ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਦੇ ਬੋਲ ਆਪਾਂ ਜਪਜੀ ਸਾਹਿਬ ਦੀ ਮੁਬਾਰਕ ਬਾਣੀ ਚੋਂ ਪੜ੍ਹਦੇ ਹਾਂ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛੁਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਅਸੀਂ ਆਪਣੇ ਉਸਤਾਦ ਜੀ ਨੂੰ ਇੱਕ ਵਾਰ ਇਹ ਗੱਲ ਸਾਂਝੀ ਕਰ ਰਹੇ ਸਾਂ ਕਿ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਜਿੰਨਾ ਵੀ ਇਤਿਹਾਸ ਲਿਖਿਆ ਜਾਂਦਾ ਹੈ, ਹਰ ਇਤਿਹਾਸਕਾਰ ਵੱਖਰੇ ਵੱਖਰੇ ਇੱਕ ਹੀ ਘਟਨਾ ਨੂੰ ਵੱਖਰੇ ਅੰਦਾਜ਼ ਤੋਂ ਪੇਸ਼ ਕਰਦਾ ਹੈ, ਅਤੇ ਲਿਖਣ ਵਾਲਿਆਂ ਨੇ ਬਹੁਤ ਪਾੜੇ ਵੀ ਛੱਡੇ ਨੇ, ਗੈਪ ਵੀ ਛੱਡੇ ਨੇ ਅਤੇ ਗਲਤੀਆਂ ਵੀ ਕੀਤੀਆਂ ਨੇ। ਐਸਾ ਕਿਉਂ ਹੁੰਦਾ ਹੈ? ਕਿ ਐਸਾ ਨਹੀਂ ਹੋ ਸਕਦਾ ਵੀ ਕੋਈ ਪਰਫੈਕਟ, ਪ੍ਰਮਾਣਿਕ ਅਤੇ ਮੁਕੰਮਲ ਗੁਰੂ ਸਾਹਿਬਾਨ ਦੇ ਬਾਰੇ ਕੋਈ ਜੀਵਨੀ ਲਿਖ ਦੇਵੇ। ਉਹਨਾਂ ਨੇ ਬੜੀ ਪਿਆਰੀ ਗੱਲ ਕਹੀ, ਕਹਿਣ ਲੱਗੇ ਠੀਕ ਹੈ ਕਿ ਜਿਸ ਵੇਲੇ ਅਸੀਂ ਇਤਿਹਾਸ ਦੀਆਂ ਪੁਸਤਕਾਂ ਨੂੰ ਪੜ੍ਹਦੇ ਹਾਂ ਤਾਂ ਸਾਡੇ ਮਨ ਅੰਦਰ ਕਈ ਤਰ੍ਹਾਂ ਦੇ ਸਵਾਲ ਉਪਜ ਪੈਂਦੇ ਨੇ। ਇਹ ਵੀ ਠੀਕ ਹੈ ਕਿ ਲਿਖਣ ਵਾਲਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਹਰ ਗੱਲ ਨੂੰ ਲਿਖਿਆ, ਅਤੇ ਤੁਹਾਡੀ ਤੀਸਰੀ ਗੱਲ ਵੀ ਸਹੀ ਹੈ ਵੀ ਲਿਖਣ ਵਾਲਿਆਂ ਨੇ ਗੁਰੂ ਸਾਹਿਬਾਨ ਦੇ ਪ੍ਰਤੀ ਲਿਖਦਿਆਂ ਹੋਇਆਂ ਕਈ ਭੁੱਲਾਂ ਅਤੇ ਗਲਤੀਆਂ ਵੀ ਕੀਤੀਆਂ ਨੇ। ਪਰ ਕਹਿਣ ਲੱਗੇ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ ਜਿੱਥੋਂ ਤੱਕ ਹੈ ਨਾ ਤੁਹਾਡੀ ਚੌਥੀ ਗੱਲ ਦਾ ਜਵਾਬ ਕਿ ਕੋਈ ਪ੍ਰਮਾਣਿਕ ਅਤੇ ਮੁਕੰਮਲ ਕਿਤਾਬ ਨਹੀਂ ਲਿਖੀ ਜਾ ਸਕਦੀ। ਕਹਿਣ ਲੱਗੇ ਇਸ ਗੱਲ ਦਾ ਦਾਅਵਾ ਸੰਸਾਰ ਵਿੱਚ ਕੋਈ ਵੀ ਨਹੀਂ ਕਰ ਸਕਦਾ ਕਿ ਮੈਂ ਗੁਰੂ ਸਾਹਿਬਾਨ ਬਾਰੇ ਜੋ ਆਖਿਆ ਹੈ ਅਤੇ ਜੋ ਲਿਖਿਆ ਉਹ 100% ਮੁਕੰਮਲ ਅਤੇ ਪ੍ਰਮਾਣਿਕ ਹੈ, ਪਰਫੈਕਟ ਹੈ। ਕਹਿਣ ਲੱਗੇ ਦਾ ਕਾਰਨ ਪਤਾ ਕੀ ਹੈ? ਕੋਈ ਗੁਰੂ ਨਾਨਕ ਮਹਾਰਾਜ ਵਰਗਾ ਹੋਵੇ ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਾਬਤ ਆਖੇ ਅਤੇ ਗੱਲ ਸਮਝ ਵਿੱਚ ਪੈ ਸਕਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਚਾਈ ਨੂੰ ਅਸੀਂ ਨੀਵੀਂ ਜਗ੍ਹਾ ਦੇ ਉੱਤੇ ਖਲੋ ਕੇ ਕਿਵੇਂ ਬਿਆਨ ਕਰ ਸਕਦੇ ਹਾਂ, ਅਤੇ ਕਿਵੇਂ ਫਿਰ ਦਾਅਵਾ ਕਰ ਸਕਦੇ ਹਾਂ ਵੀ ਜੋ ਅਸੀਂ ਬਿਆਨ ਕੀਤਾ ਹੈ, ਜੋ ਅਸੀਂ ਐਕਸਪਲੇਨ ਕੀਤਾ ਹੈ, ਜੋ ਅਸੀਂ ਦੱਸਿਆ ਹੈ ਜਾਂ ਅਸੀਂ ਲਿਖਿਆ ਹੈ, ਉਹ 100% ਸੱਚ ਹੈ। ਇਸ ਕਰਕੇ ਇਹ ਸਾਡੇ ਨਿਰੰਤਰ ਯਤਨ ਬਣਦੇ ਹੀ ਰਹਿਣਗੇ ਔਰ ਅਸੀਂ ਕਰਦੇ ਹੀ ਰਵਾਂਗੇ ਵੀ ਗੁਰੂ ਬਾਰੇ ਕੁਝ ਲਿਖਿਆ ਜਾਏ, ਕੁਝ ਬੋਲਿਆ ਜਾਏ, ਕੁਝ ਕਿਹਾ ਜਾਏ, ਕੁਝ ਦੱਸਿਆ ਜਾਏ, ਪਰ ਦਾਅਵਾ ਨਹੀਂ ਕੀਤਾ ਜਾ ਸਕੇਗਾ ਵੀ ਜੋ ਮੈਂ ਲਿਖ ਦਿੱਤਾ ਇਹ ਪਰਫੈਕਟ ਹੈ, ਇਹ ਮੁਕੰਮਲ ਹੈ। ਸਤਿਗੁਰੂ ਮਹਾਰਾਜ ਦੀ ਮੁਬਾਰਕ ਬਾਣੀ ਵਿੱਚ ਇੱਕ ਵਾਕ ਆਉਂਦਾ ਹੈ, ਆਖਦੇ ਨੇ ਪਰਮੇਸ਼ਰ ਬਾਰੇ ਦੁਨੀਆ ਨੇ ਬੜਾ ਕੁਝ ਕਥਨ ਕੀਤਾ ਅਤੇ ਕਥ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕਥਦੀ ਰਹੇਗੀ, ਪਰ ਮੁਕੰਮਲ ਪਰਫੈਕਟ ਦਾਅਵਾ ਕੋਈ ਨਹੀਂ ਕਰ ਸਕਦਾ ਵੀ ਜੋ ਮੈਂ ਕਹਿ ਦਿੱਤਾ ਪਰਫੈਕਟ ਹੈ। ਇਹਦੋਂ ਅੱਗੇ ਕਿਸੇ ਨੂੰ ਕਹਿਣ ਦੀ, ਸੁਣਨ ਦੀ, ਲਿਖਣ ਦੀ, ਬਿਆਨਣ ਦੀ ਜ਼ਰੂਰਤ ਨਹੀਂ, ਐਕਸਪਲੇਨੇਸ਼ਨ ਦੀ ਜ਼ਰੂਰਤ ਨਹੀਂ, ਕਿਉਂਕਿ ਸਾਹਿਬ ਨੇ ਆਖਿਆ ਈਵਡ ਉੱਚਾ ਹੋਵੇ ਕੋਏ ਤੇ ਸੋਚੇ ਕਉ ਜਾਣੈ ਸੋਏ। ਕੋਈ ਉਹਦੇ ਵਰਗਾ ਉੱਚਾ ਮੁਕੰਮਲ ਹੋਵੇ ਤੇ ਉਸ ਨੂੰ ਬਿਆਨ ਕਰੇ। ਇਸੇ ਲਈ ਸਾਹਿਬ ਸਤਿਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਆਖਿਆ ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋਏ। ਹੇ ਮੇਰੇ ਮਾਲਕ ਵਾਹਿਗੁਰੂ, ਤੇਰੇ ਵਰਗਾ ਕੋਈ ਦੂਜਾ ਹੈ ਹੀ ਨਹੀਂ, ਇਸ ਕਰਕੇ ਤੈਨੂੰ ਕੋਈ ਬਿਆਨ ਕਰਨ ਦੀ ਸਮਰੱਥਾ ਵੀ ਨਹੀਂ ਹੈ ਕਿਸੇ ਵਿੱਚ। ਅਤੇ ਅਸੀਂ ਜਪਜੀ ਸਾਹਿਬ ਦੇ ਵਾਕ ਪੜ੍ਹਦੇ ਹਾਂ, ਜੇ ਹੋਂ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ। ਸਤਿਗੁਰੂ ਆਖਦੇ ਪਹਿਲੋਂ ਤਾਂ ਕੋਈ ਇਹ ਦਾਅਵਾ ਨਹੀਂ ਕਰ ਸਕਦਾ ਵੀ ਮੈਂ ਜਾਣ ਲਿਆ, ਅਤੇ ਜੇ ਕੋਈ ਜਾਣ ਵੀ ਲਵੇ, ਹਜ਼ੂਰ ਕਹਿੰਦੇ ਚਲੋ ਇੱਕ ਆਪਸ਼ਨ ਆਪਾਂ ਹੋਰ ਲੈ ਲਈਏ ਵੀ ਮੈਂ ਜਾਣ ਲਿਆ। ਜੇ ਹੋਂ ਜਾਣਾ, ਜੇ ਮੈਂ ਜਾਣ ਵੀ ਲਵਾਂ ਨਾ ਤਾਂ ਮੈਂ ਕਹਾਂ ਕਿਵੇਂ? ਮੇਰੇ ਕੋਲ ਬਿਆਨ ਕਰਨ ਲਈ ਸ਼ਬਦ ਕਿੱਥੋਂ ਆਉਣਗੇ, ਬੋਲੀ ਕਿੱਥੋਂ ਆਏਗੀ?
ਉਹ ਕਿਹੜੇ ਲਫ਼ਜ਼ ਹੋਣਗੇ ਜਿਨ੍ਹਾਂ ਦੇ ਵਿੱਚ ਮੈਂ ਮੁਕੰਮਲ ਰੂਪ ਵਿੱਚ ਆਪਣੀ ਅੰਦਰ ਦੀ ਜਾਣਕਾਰੀ ਨੂੰ, ਆਪਣੇ ਅਨੁਭਵ ਨੂੰ ਬਿਆਨ ਕਰ ਸਕਾਂਗਾ। ਜੇ ਹੋਂ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਆਪਾਂ ਗੁਰੂ ਗ੍ਰੰਥ ਸਾਹਿਬ ਦੀ ਮੁਬਾਰਕ ਬਾਣੀ ਪੜ੍ਹਦੇ ਹਾਂ। ਸਤਿਗੁਰੂ ਨੇ ਪਰਮੇਸ਼ਰ ਦੇ ਗੁਣ ਗਾਏ, ਪਰਮੇਸ਼ਰ ਬਾਰੇ ਸਾਨੂੰ ਦੱਸਿਆ, ਪਰ ਨਾਲ ਨਾਲ ਫਿਰ ਵੀ ਸਤਿਗੁਰੂ ਜੀ ਕਥਦੇ ਗਏ, ਲਿਖਦੇ ਗਏ ਵੀ ਉਹਦਿਆਂ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕੋਈ ਇਹ ਨਾ ਕਹਿ ਲੈਣਾ, ਸਮਝ ਲੈਣਾ ਵੀ ਗੁਰੂ ਨੇ ਜੋ ਬਿਆਨ ਕਰ ਦਿੱਤਾ ਉਹ ਪਰਫੈਕਟ ਤੇ ਮੁਕੰਮਲ ਰੂਪ ਵਿੱਚ ਕਹਿ ਦਿੱਤਾ। ਸਤਿਗੁਰੂ ਨੇ ਆਖਿਆ ਨਹੀਂ, ਉਸ ਦੇ ਗੁਣ, ਉਸ ਦੀ ਮਹਿਮਾ, ਉਸ ਦਾ ਵੱਡਪਣ, ਉਹਦੀ ਕੇਵਲ ਸਾਂਝ ਕੀਤੀ ਜਾ ਸਕਦੀ ਉਹਦੇ ਗੁਣਾਂ ਦੀ। ਉਹਨੂੰ ਮੁਕੰਮਲ ਰੂਪ ਵਿੱਚ ਦਾਅਵਾ ਨਹੀਂ ਕੀਤਾ ਜਾ ਸਕਦਾ ਵੀ ਅਸੀਂ ਪਰਫੈਕਟ ਬਿਆਨ ਕਰ ਦਿੱਤਾ। ਤੋ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜਿਹੜਾ ਕਥਨ ਕਰਦੇ ਨੇ ਉਹ ਗੁਰੂ ਦੇ ਬਾਬਤ ਹੈ। ਹਜ਼ੂਰ ਆਖਦੇ ਨੇ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲਾਂ ਤਬ ਬਿਸਮ ਹੋ ਜਾਏ। ਜਦੋਂ ਮੈਂ ਆਪਣੀ ਜ਼ਬਾਨ ਤੋਂ ਗੁਰੂ ਆਖਦਾ ਨਾ ਤੇ ਮੇਰਾ ਮਨ ਵਿਸਮਾਦ ਵਿੱਚ ਚਲਾ ਜਾਂਦਾ। ਵਿਸਮਾਦ ਸ਼ਬਦ ਦੀ, ਬਿਸਮ ਸ਼ਬਦ ਦੀ ਵਿਆਖਿਆ ਕਰਦਿਆਂ ਕੋਸ਼ਕਾਰਾਂ ਨੇ, ਡਿਕਸ਼ਨਰੀਆਂ ਲਿਖਣ ਵਾਲਿਆਂ ਨੇ ਕਿਹਾ, ਜਿੱਥੇ ਤੁਹਾਡੇ ਕੋਲ ਸ਼ਬਦਾਂ ਦੀ ਥੋੜ ਪੈ ਜਾਏ, ਭਾਸ਼ਾ ਦਾ ਪੱਧਰ ਨੀਵਾਂ ਰਹਿ ਜਾਏ ਤੇ ਤੁਸੀਂ ਇੱਕ ਅਗੰਮੀ ਆਨੰਦ ਵਿੱਚ ਗਵਾਚ ਜਾਓ, ਜਿਸ ਆਨੰਦ ਨੂੰ ਜ਼ਬਾਨ ਦੇ ਨਾਲ ਬਿਆਨ ਤੇ ਐਕਸਪਲੇਨ ਨਾ ਕੀਤਾ ਜਾ ਸਕੇ, ਦੱਸਿਆ ਨਾ ਜਾ ਸਕੇ, ਉਸ ਮਨੋਸਥਿਤੀ ਨੂੰ ਵਿਸਮਾਦ ਆਖਿਆ ਜਾਂਦਾ। ਸਾਹਿਬ ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਵੀ ਇਹ ਸ਼ਬਦ ਵਰਤਿਆ, ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਗੁਰੂ ਦੀ ਮਹਿਮਾ ਕੀ ਹੈ ਕਿ ਗੁਰੂ ਸਾਡੇ ਅਪਰਾਧ ਨੂੰ ਵੀ ਬਖਸ਼ਣ ਵਾਸਤੇ ਸਦਾ ਤਿਆਰ ਰਹਿੰਦਾ। ਗੁਰੂ ਸਾਡੇ ਅਪਰਾਧਾਂ ਦੀ ਲਿਸਟ ਤਿਆਰ ਨਹੀਂ ਕਰਦਾ। ਗੁਰੂ ਸਾਡੇ ਗੁਨਾਹ ਵੀ ਬਖਸ਼ ਕੇ ਸਾਨੂੰ ਪਤਤਾਂ ਤੋਂ ਪਵਿੱਤਰ ਕਰਨ ਦੀ ਸਦਾ ਹੀ ਕੋਸ਼ਿਸ਼ ਵਿੱਚ ਲੱਗਾ ਰਹਿੰਦਾ। ਗੁਰੂ ਦਾ ਇਹ ਸੁਭਾਅ ਹੈ। ਇਸੇ ਕਰਕੇ ਮਹਾਰਾਜ ਨੇ, ਚੌਥੇ ਪਾਤਸ਼ਾਹ ਨੇ ਗੁਰੂ ਦੀ ਮਹਿਮਾ ਵਿੱਚ ਇਹ ਸ਼ਬਦ ਆਖੇ, ਸਤਿਗੁਰ ਦਾਤਾ ਦਇਆਲ ਹੈ, ਜਿਸ ਨੂੰ ਦਇਆ ਸਦਾ ਹੋਏ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੈ ਬ੍ਰਹਮ ਇਕ ਸੋਏ। ਨਿਰਵੈਰ ਹੋਣ ਵਾਸਤੇ ਬੜਾ ਜ਼ਰੂਰੀ ਹੁੰਦਾ ਵੀ ਤੁਹਾਡੇ ਅੰਦਰ ਦਇਆ ਦਾ ਗੁਣ ਭਾਰੀ ਹੋਵੇ, ਤੁਸੀਂ ਆਪਣੇ ਅਕੀਦੇ 'ਤੇ ਖੜੇ ਹੋਵੋ। ਮੈਂ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਦਾ ਜੀਵਨ ਪੜ੍ਹਦਾ, ਕਿਉਂਕਿ ਕੱਲ੍ਹ ਦਾ ਜਿਹੜਾ ਦਿਨ ਗੁਜ਼ਰਿਆ 7ਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਸੀ। ਮਹਾਰਾਜ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੱਦੀ 'ਤੇ ਬਿਰਾਜੇ। ਉਹਨਾਂ ਦਾ ਬਚਪਨ ਦਾਦਾ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਛਤਰ ਛਾਇਆ ਤੇ ਰਹਿਨੁਮਾਈ ਦੇ ਵਿੱਚ ਬਤੀਤ ਹੋਇਆ। ਗੁਰਮਤਿ ਦੀ ਚਿਣਗ ਲੱਗੀ, ਗੁਰਮਤਿ ਦਾ ਉਪਦੇਸ਼ ਕਮਾਇਆ। ਸਤਿਗੁਰੂ ਦੀ ਦੇਖ ਰੇਖ ਦੇ ਵਿੱਚ ਉਹਨਾਂ ਦਾ ਬਚਪਨ ਤੇ ਉਹਨਾਂ ਦੀ ਜਵਾਨੀ ਗੁਜ਼ਰੀ ਹੈ। ਹਾਲਾਂਕਿ ਸਰੀਰਕ ਤੌਰ 'ਤੇ ਬੜੀ ਥੋੜ੍ਹੀ ਉਮਰ ਜਿਹੜੀ ਹੈ 7ਵੇਂ ਪਾਤਸ਼ਾਹ ਮਹਾਰਾਜ ਦੀ ਇਤਿਹਾਸ ਵਿੱਚ ਦਰਜ ਹੈ। ਇੱਕ ਦਿਨ ਬਗੀਚੇ ਵਿੱਚ ਟਹਿਲ ਰਹੇ ਸਨ, ਖੁੱਲ੍ਹਾ ਚੋਗਾ ਪਹਿਨਿਆ ਹੋਇਆ ਗਲ ਦੇ ਵਿੱਚ, ਤੇ ਜਿਵੇਂ ਜਵਾਨੀ ਦੀ ਅਵਸਥਾ ਹੈ, ਕਿਸ਼ੋਰ ਅਵਸਥਾ ਹੈ, ਤੇ ਕਦਮ ਕਾਹਲੇ ਨੇ, ਤੇ ਉਹਨਾਂ ਦੇ ਚੋਲੇ ਦੇ ਨਾਲ ਇੱਕ ਕਲੀਆਂ ਦਾ ਬੂਟਾ ਜਿਹਦੇ ਉੱਤੇ ਕਲੀਆਂ ਖਿੜੀਆਂ ਹੋਈਆਂ ਨੇ। ਅੜ ਕੇ ਕੁਝ ਕਲੀਆਂ, ਕੁਝ ਫੁੱਲ ਜ਼ਮੀਨ 'ਤੇ ਟੁੱਟ ਕੇ ਡਿੱਗ ਪਏ। 6ਵੇਂ ਪਾਤਸ਼ਾਹ ਸਤਿਗੁਰੂ ਮਹਾਰਾਜ ਉਸ ਬਗੀਚੇ ਦੇ ਇੱਕ ਕੋਨੇ ਵਿੱਚ ਬਿਰਾਜਮਾਨ ਨੇ। ਮਹਾਰਾਜ ਨੇ ਇਸ਼ਾਰਾ ਕੀਤਾ ਤੇ ਆਪਣੇ ਪੋਤਰੇ ਨੂੰ ਕੋਲ ਬੁਲਾ ਲਿਆ। ਜਿਸ ਵੇਲੇ ਹਰਿਰਾਏ ਸਾਹਿਬ 6ਵੇਂ ਪਾਤਸ਼ਾਹ ਦੇ ਨਿਕਟ ਗਏ, ਕੋਲ ਗਏ, ਪੁੱਛਿਆ, ਮਹਾਰਾਜ ਕੀ ਹੁਕਮ ਹੈ? ਸਤਿਗੁਰੂ ਮਹਾਰਾਜ ਨੇ ਪਿਆਰ ਨਾਲ ਆਪਣੇ ਕੋਲ ਬਿਠਾਇਆ ਤੇ ਬਚਨ ਕੀਤਾ। ਕਹਿਣ ਲੱਗੇ, ਜ਼ਿੰਦਗੀ ਵਿੱਚ ਇੱਕ ਗੱਲ ਸਦਾ ਚੇਤੇ ਰੱਖਣੀ, ਹਮੇਸ਼ਾ ਆਪਣਾ ਦਾਮਨ ਸੰਕੋਚ ਕੇ ਰੱਖਣਾ। ਕਹਿਣ ਲੱਗੇ, ਜੀ 7 ਬਚਨ। ਕਹਿਣ ਲੱਗੇ, ਮੈਂ ਤੁਹਾਨੂੰ ਵੇਖ ਰਿਹਾ ਸਾਂ ਜਦੋਂ ਤੁਸੀਂ ਟਹਿਲ ਰਹੇ ਸੀ, ਬੜੇ ਕਾਲੇ ਕਦਮਾਂ ਨਾਲ ਤੁਸੀਂ ਤੁਰ ਰਹੇ ਸੀ, ਤੇ ਤੁਹਾਡੇ ਚੋਗੇ ਨਾਲ ਅੜ ਕੇ ਬੜੀਆਂ ਖਿੜੀਆਂ ਹੋਈਆਂ ਖੂਬਸੂਰਤ ਕਲੀਆਂ ਜਿਹੜੀਆਂ ਸਾਨੂੰ ਟੁੱਟ ਕੇ ਜ਼ਮੀਨ 'ਤੇ ਡਿੱਗ ਪਈਆਂ। ਜਦੋਂ ਬੰਦਾ ਆਪਣਾ ਦਾਮਨ ਸੰਕੋਚ ਕੇ ਨਹੀਂ ਨਾ ਤੁਰਦਾ, ਦਾਮਨ ਪਸਾਰ ਲੈਂਦਾ, ਉਸ ਵੇਲੇ ਉਹ ਖੁਦ ਵੀ ਤਕਲੀਫ ਵਿੱਚ ਫਸਦਾ ਹੈ ਤੇ ਦੂਜਿਆਂ ਨੂੰ ਵੀ ਤਕਲੀਫ ਵਿੱਚ ਫਸਾਉਂਦਾ। ਗੱਲ ਨਾ ਤਾਂ ਗਲ ਪਏ ਹੋਏ ਚੋਲੇ ਦੀ ਸੀ ਤੇ ਨਾ ਟੁੱਟੀਆਂ ਹੋਈਆਂ ਉਹਨਾਂ 4 ਕਲੀਆਂ ਦੀ ਸੀ। ਗਰੀਬ ਨਵਾਜ਼ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤਾਂ ਜੀਵਨ ਦਾ ਰਹੱਸ, ਜੀਵਨ ਦੀ ਇੱਕ ਖੇਡ ਸਮਝਾ ਰਹੇ ਸਨ। ਇੱਥੇ
ਪਸਰੇ ਹੋਏ ਦਾਮਨ ਤੋਂ ਭਾਵ ਹੈ ਵੀ ਸਾਡੀਆਂ ਵਧੀਆਂ ਹੋਈਆਂ ਖਾਹਿਸ਼ਾਂ, ਉਹ ਖਾਹਿਸ਼ਾਂ ਜਿਹੜੀਆਂ ਦੂਜਿਆਂ ਨੂੰ ਦੁਖੀ ਕਰਨ ਤੋਂ ਬਾਅਦ ਹੀ ਪੂਰੀਆਂ ਹੋ ਸਕਦੀਆਂ ਨੇ, ਵੈਸੇ ਨਹੀਂ ਹੋ ਸਕਦੀਆਂ। ਮਨੁੱਖ ਦੀ ਅੱਜ ਦੀ ਬੁਨਿਆਦੀ ਜਿਹੜੀ ਮੁਸੀਬਤ ਹੈ, ਉਸ ਦੀ ਲੋੜ ਨਹੀਂ ਹੈ, ਉਹਦੀ ਹਵਸ ਹੈ। ਚੇਤੇ ਵਿੱਚ ਰੱਖਿਓ, ਬੰਦਾ ਆਪਣੀ ਲੋੜ ਦੀ ਪੂਰਤੀ ਕਰਕੇ ਦੁਖੀ ਨਹੀਂ ਹੋ ਰਿਹਾ, ਆਪਣੀ ਹਵਸ ਦੀ ਪੂਰਤੀ ਕਰਕੇ ਦੁਖੀ ਹੋ ਰਿਹਾ। ਸਾਹਿਬ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹ ਨੁਕਤਾ ਸਮਝਾਇਆ ਜੀਵਨ ਦਾ, ਜਿਸ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਆਪਣੇ ਸ਼ਲੋਕ ਵਿੱਚ ਬਿਆਨ ਕੀਤਾ ਹੈ। ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਸਾਹਿਬ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਨੂੰ ਇਸ ਗੱਲ ਦਾ ਚੇਤਾ ਹੈ ਨਾ ਵੀ ਸੰਸਾਰ ਵਿੱਚ ਅਸੀਂ ਆਏ ਹਾਂ, ਸੰਸਾਰ ਦੀਆਂ ਵਸਤੂਆਂ ਸਾਡੇ ਵਰਤਣ ਲਈ ਨੇ, ਅਤੇ ਅਖੀਰ ਜਿਵੇਂ ਪਹਿਲੇ ਛੱਡ ਕੇ ਸੰਸਾਰ ਵਿੱਚ ਉਹ ਚੀਜ਼ਾਂ ਚਲੇ ਗਏ ਨੇ, ਅਸੀਂ ਵੀ ਇਸੇ ਤਰ੍ਹਾਂ ਹੀ ਛੱਡ ਕੇ ਚਲੇ ਜਾਵਾਂਗੇ। ਉਹ ਫਿਰ ਪਾਪ ਦੀ ਕਮਾਈ ਨਾਲ ਆਪਣਾ ਢਿੱਡ ਨਹੀਂ ਭਰਦੇ, ਉਹ ਕਿਸੇ ਦੇ ਨਵਾਲੇ ਖੋਹ ਕੇ ਆਪਣੇ ਮੂੰਹ 'ਚ ਨਹੀਂ ਪਾਉਂਦੇ, ਉਹ ਕਿਸੇ ਦਾ ਹੱਕ ਮਾਰ ਕੇ, ਕਿਸੇ ਨੂੰ ਪਰੇਸ਼ਾਨ ਕਰਕੇ ਆਪਣੀ ਜ਼ਿੰਦਗੀ ਦੀਆਂ ਖੁਸ਼ੀਆਂ ਨਹੀਂ ਲੱਭਦੇ। ਐਸਾ ਕੌਣ ਕਰਦਾ ਹੈ? ਜਿਸ ਨੂੰ ਮੌਤ ਭੁੱਲ ਗਈ ਹੈ, ਜਿਸ ਨੂੰ ਸੰਸਾਰ ਦੀ ਸੱਚਾਈ ਦਾ ਚੇਤਾ ਨਹੀਂ ਵੀ ਪਹਿਲੇ ਵੀ ਨਹੀਂ ਰਹੇ ਅਤੇ ਰਹਿਣਾ ਅਸੀਂ ਵੀ ਨਹੀਂ। ਜਿਸ ਨੂੰ ਬਾਬਾ ਸ਼ੇਖ ਫਰੀਦ ਸਾਹਿਬ ਨੇ ਆਖਿਆ, ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ। ਜਿਸ ਨੂੰ ਇਹ ਸੱਚ ਭੁੱਲ ਜਾਂਦਾ ਹੈ, ਉਹੀ ਮਨੁੱਖ ਮਾਰੋ ਮਾਰ ਕਰਦਾ ਇਸ ਜਗਤ ਦੇ ਅੰਦਰ। ਮੈਂ ਇਤਿਹਾਸ ਪੜ੍ਹਦਾ, ਇੱਕ ਬੜਾ ਅਹਿਮ ਖਿਆਲ ਇਤਿਹਾਸਕਾਰਾਂ ਨੇ ਦਰਜ ਕੀਤਾ ਹੈ। ਔਰੰਗਜ਼ੇਬ ਨੇ ਜਿਸ ਵੇਲੇ ਉਹ ਬਿਸਤਰ ਉੱਤੇ ਪੈ ਗਿਆ, ਇਤਿਹਾਸਕਾਰ ਲਿਖਦੇ ਨੇ ਵੀ ਉਹ ਮਾਨਸਿਕ ਤਣਾਅ ਯਾਨੀ ਕਿ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ। ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਦੇ ਵਿੱਚ ਆਪਣੇ ਪੁੱਤਰ ਸ਼ਹਿਜ਼ਾਦਾ ਮੁਅੱਜ਼ਮ ਨੂੰ ਉਹ ਚਿੱਠੀ ਲਿਖਦਾ ਹੈ, ਕਹਿਣ ਲੱਗਿਆ ਵੀ ਸੰਸਾਰ ਦੇ ਵਿੱਚ ਇਹ ਮੁਹਾਵਰਾ ਆਮ ਹੀ ਅਸੀਂ ਇੱਕ ਦੂਜੇ ਨੂੰ ਸੁਣਾਉਂਦੇ ਹਾਂ ਵੀ ਬੰਦਾ ਇਸ ਸੰਸਾਰ ਵਿੱਚ ਖਾਲੀ ਹੱਥ ਆਇਆ ਅਤੇ ਖਾਲੀ ਹੱਥ ਹੀ ਜਾਂਦਾ ਹੈ। ਆਉਣ ਵਾਲੇ ਬੰਦੇ ਦੇ ਕਰਮ ਬਾਰੇ ਕੋਈ ਦਾਅਵਾ ਨਹੀਂ ਕਰ ਸਕਦਾ ਵੀ ਇਹਦੇ ਕਰਮ ਕੀ ਨੇ, ਕਿਉਂਕਿ ਅਜੇ ਉਹ ਕਰਮ ਦੇ ਪ੍ਰੋਸੈਸ 'ਚ ਹੀ ਨਹੀਂ ਪਿਆ। ਅਜੇ ਉਹਨੇ ਜਗਤ ਵਿੱਚ ਵਿਚਰਨਾ ਹੈ, ਅਜੇ ਉਹਨੇ ਸਿੱਖਣਾ ਹੈ, ਅਜੇ ਉਹਨੇ ਬੋਲਣਾ ਹੈ, ਅਜੇ ਉਹਨੇ ਵਿਹਾਰ ਕਰਨਾ ਹੈ, ਕਰਮ ਕਰਨਾ। ਉਹ ਚੰਗਾ ਨਿਕਲੇਗਾ ਕਿ ਮਾੜਾ ਨਿਕਲੇਗਾ, ਇਹ ਕਿਸੇ ਬੱਚੇ ਨੂੰ ਵੇਖ ਕੇ ਦਾਅਵਾ ਥੋੜ੍ਹੀ ਕੀਤਾ ਜਾ ਸਕਦਾ। ਪਰ ਚੇਤੇ ਵਿੱਚ ਰੱਖਣਾ, ਜਦੋਂ ਬੰਦਾ ਉਮਰ ਹੰਢਾ ਲਏ, ਜਦੋਂ ਦੁਨੀਆ ਨਾਲ ਵਰਤੋਂ ਵਿਹਾਰ ਕਰ ਲਏ ਜਾਂ ਕਰ ਰਿਹਾ ਹੋਵੇ, ਉਦੋਂ ਦਾਅਵਾ ਕੀਤਾ ਜਾ ਸਕਦਾ ਵੀ ਬੰਦਾ ਕਿਹੜੇ ਪਾਸੇ ਨੂੰ ਤੁਰਿਆ ਜਾ ਰਿਹਾ। ਉਹ ਆਪਣੇ ਸ਼ਹਿਜ਼ਾਦਾ ਮੁਅੱਜ਼ਮ ਨੂੰ ਚਿੱਠੀ ਲਿਖਦਾ ਹੈ, ਕਹਿਣ ਲੱਗਿਆ ਵੀ ਇਹ ਮੁਹਾਵਰਾ ਹੈ ਕਿ ਬੰਦਾ ਖਾਲੀ ਹੱਥ ਸੰਸਾਰ 'ਚ ਆਉਂਦਾ ਅਤੇ ਖਾਲੀ ਹੱਥ ਜਾਂਦਾ। ਮੈਂ ਇਸ ਮੁਹਾਵਰੇ ਨਾਲ ਅੱਧਾ ਸਹਿਮਤ ਅੱਧਾ ਸਹਿਮਤ ਨਹੀਂ। ਮੈਂ ਵੀ ਦੁਨੀਆ ਵਿੱਚ ਖਾਲੀ ਹੱਥ ਆਇਆ ਸਾਂ, ਪਰ ਮੈਨੂੰ ਆਪਣੇ ਆਪ 'ਤੇ ਅਫਸੋਸ ਹੋ ਰਿਹਾ ਵੀ ਮੈਂ ਪਾਪਾਂ ਦੀ ਭਾਰੀ ਪੰਡ ਸਿਰ ਦੇ ਉੱਤੇ ਚੁੱਕ ਕੇ ਇਸ ਦੁਨੀਆ ਤੋਂ ਰੁਖਸਤ ਹੋ ਰਿਹਾ। ਇਹ ਉਹ ਅਹਿਸਾਸ ਹੈ ਜਿਹੜਾ ਜ਼ਿੰਦਗੀ ਦੇ ਉਸ ਪੜਾਅ ਦੇ ਉੱਤੇ ਜਾ ਕੇ ਆਇਆ, ਜਿੱਥੇ ਹੁਣ ਉਹ ਆਪਣੀਆਂ ਗਲਤੀਆਂ ਨੂੰ ਸੁਧਾਰ ਨਹੀਂ ਸੀ ਸਕਦਾ, ਜਿੱਥੇ ਹੁਣ ਉਹ ਕੋਈ ਫੈਸਲਾ ਲੈਣ ਦੀ ਸਮਰੱਥਾ ਵਿੱਚ ਨਹੀਂ ਸੀ, ਜਿੱਥੇ ਸਰੀਰ ਵੀ ਜਵਾਬ ਦੇ ਰਿਹਾ ਅਤੇ ਸੁਰਤ ਵੀ ਜਵਾਬ ਦੇ ਰਹੀ ਹੈ। ਉੱਥੇ ਹੁਣ ਬੰਦੇ ਨੂੰ ਕੇਵਲ ਰੀਅਲਾਈਜ਼ ਹੋ ਰਿਹਾ ਵੀ ਮੈਂ ਗਲਤੀ ਕੀਤੀ ਹੈ, ਮੇਰੇ ਸਿਰ ਦੇ ਉੱਤੇ ਭਾਰੀ ਬੋਝ ਹੈ, ਪਾਪਾਂ ਦੀ ਪੰਡ ਹੈ, ਪਰ ਹੁਣ ਇਹ ਪਾਪ ਲਾਹੇ ਨਹੀਂ ਸਨ ਜਾ ਸਕਦੇ, ਹੁਣ ਅੱਗੇ ਕੁਝ ਕੀਤਾ ਨਹੀਂ ਸੀ ਜਾ ਸਕਦਾ। ਪਰ ਖੈਰ, ਉਹਨੇ ਆਪਣੇ ਜਜ਼ਬਾਤ ਆਪਣੇ ਪੁੱਤਰ ਨੂੰ ਚਿੱਠੀ ਦੇ ਵਿੱਚ ਜ਼ਰੂਰ ਲਿਖ ਦਿੱਤੇ। ਹੁਣ ਜ਼ਰਾ ਕਿ ਇਸ ਗੱਲ ਨੂੰ ਤੁਸੀਂ ਵਿਸ਼ਲੇਸ਼ਣ ਕਰਕੇ ਵੇਖੋ, ਇਸ ਗੱਲ ਦੀ ਡੂੰਘਾਈ ਵਿੱਚ ਜਾ ਕੇ ਵੇਖੋ ਵੀ ਮਨੁੱਖ ਨੇ ਸਾਰੀ ਜ਼ਿੰਦਗੀ ਕਮਾਇਆ ਕੀ। ਉਸਨੇ ਆਪਣੇ ਬਾਪ ਨੂੰ ਕੈਦ ਵਿੱਚ ਸੁੱਟਿਆ ਸੀ, ਉਸਨੇ ਆਪਣੇ ਭਰਾਵਾਂ ਨੂੰ ਕਤਲ ਕੀਤਾ ਸੀ, ਉਸ ਦੇ ਰਾਜ ਭਾਗ ਦੇ ਦੌਰਾਨ ਸ਼ਰਮੱਧ ਵਰਗੇ ਫਕੀਰ ਕਤਲਾਏ ਗਏ ਸਨ, ਉਸ ਦੇ ਹੁਕਮ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ 3 ਸਿੱਖਾਂ ਸਹਿਤ ਸ਼ਹੀਦ ਕੀਤੇ ਗਏ ਸਨ। ਹੋਰ ਪਤਾ ਨਹੀਂ ਉਸਨੇ ਆਪਣੀ ਜ਼ਿੰਦਗੀ ਤੇ ਹਯਾਤੀ ਦੇ ਵਿੱਚ ਆਪਣੇ ਫੈਸਲਿਆਂ ਤੇ ਰਾਜਸੀ ਤਾਕਤ ਦੀ ਦੁਰਵਰਤੋਂ ਕਰਕੇ ਗੁਰੂਰ ਤੇ ਗੁਮਾਨ ਦੇ ਵਿੱਚ ਮੌਤ ਨੂੰ ਭੁਲਾ ਕੇ ਖੌਰੇ ਕੀ ਕਰਤੱਵ ਤੇ ਕਰਤੂਤਾਂ ਆਪਣੀ ਜ਼ਿੰਦਗੀ ਵਿੱਚ ਕੀਤੀਆਂ ਸਨ। ਪਰ ਤਾਕਤ ਦਾ ਨਸ਼ਾ ਸੀ, ਦੌਲਤ ਸੀ, ਜੀ ਹਜ਼ੂਰੀ ਕਰਨ ਵਾਲਿਆਂ ਦੀ ਇੱਕ ਤਕੜੀ ਭੀੜ ਸੀ, ਜਿਨ੍ਹਾਂ ਨੇ ਚੇਤਾ ਹੀ ਨਹੀਂ ਆਉਣ ਦਿੱਤਾ ਵੀ ਜੀਵਨ ਦੀਆਂ ਸੱਚਾਈਆਂ ਹੋਰ ਵੀ ਹੁੰਦੀਆਂ ਨੇ। ਅਸੀਂ ਆਮ ਰੂਪ ਵਿੱਚ ਅੱਖਾਂ ਦੇ ਉੱਤੇ ਇੱਕ ਪੱਟੀ ਬੰਨ੍ਹ ਕੇ ਜ਼ਿੰਦਗੀ ਵਿੱਚ ਵਿਚਰਦੇ ਹਾਂ, ਔਰ ਉਹ ਪੱਟੀਆਂ ਸਾਡੇ ਆਲੇ ਦੁਆਲੇ ਪੱਕੀਆਂ ਹੁੰਦੀਆਂ ਰਹਿੰਦੀਆਂ ਨੇ, ਅੱਖਾਂ ਅੱਗੇ ਧੁੰਦ ਛਾਈ ਰਹਿੰਦੀ ਹੈ। ਤਾਕਤ ਹੋਵੇ ਤੇ ਬੰਦਾ ਕਮਜ਼ੋਰੀ ਦਾ ਅਹਿਸਾਸ ਨਹੀਂ ਕਰਦਾ ਵੀ ਕਮਜ਼ੋਰੀ ਵੀ ਕੋਈ ਚੀਜ਼ ਤੇ ਬੜਾ ਹੈ। ਦੌਲਤ ਦੇ ਢੇਰ ਉੱਤੇ ਬੈਠਾ ਹੋਵੇ ਨਾ, ਤੇ ਭੁੱਖ ਦਾ ਅਹਿਸਾਸ ਨਹੀਂ ਹੁੰਦਾ ਵੀ ਭੁੱਖ ਕੀ ਚੀਜ਼ ਹੁੰਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਪੜ੍ਹੋ,
ਉਹਨਾਂ ਦੇ ਹਜ਼ੂਰ ਇੱਕ ਪਿੰਡ ਦੇ ਵਿਅਕਤੀ ਨੇ ਆ ਕੇ ਕੁਝ ਸਾਥੀਆਂ ਸਹਿਤ ਬੇਨਤੀ ਕੀਤੀ, ਜੀ ਮੇਰੀ ਜ਼ਾਤ ਉੱਚੀ ਨਹੀਂ, ਮੇਰੀ ਬਰਾਦਰੀ ਬੜੀ ਨੀਵੀਂ ਹੈ ਅਤੇ ਪਿੰਡ ਦੇ ਜਿਹੜੇ ਚੌਧਰੀ ਨੇ ਉਹ ਸਾਡੇ 'ਤੇ ਬੜਾ ਜ਼ੁਲਮ ਕਰਦੇ ਨੇ। ਬਾਬਾ ਜੀ ਨੇ ਕਲਮ ਦਵਾਤ ਮੰਗਾਈ ਅਤੇ ਉਹਦੇ ਨਾਂ ਦਾ ਪਰਵਾਨਾ ਲਿਖ ਦਿੱਤਾ। ਪਰਵਾਨੇ 'ਚ ਸ਼ਬਦ ਦਰਜ ਸਨ ਵੀ ਇਸ ਬੰਦੇ ਨੂੰ ਅੱਜ ਤੋਂ ਪਿੰਡ ਦਾ ਚੌਧਰੀ ਕੀਤਾ ਜਾਂਦਾ ਹੈ। ਹੁਣ ਉਹ ਨਾਲ ਉਹਨਾਂ ਦੇ ਸਿਪਾਹੀ ਭੇਜ ਦਿੱਤੇ। ਪਿੰਡ ਦੇ ਵਿੱਚ ਉਹ ਗਿਆ ਅਤੇ ਚੌਧਰੀਆਂ ਨੂੰ ਚਿੱਠੀ ਦਿੱਤੀ ਵੀ ਤੁਹਾਡੀ ਚੌਧਰ ਬਰਖਾਸਤ ਕੀਤੀ ਜਾਂਦੀ ਹੈ ਅਤੇ ਇਹਨਾਂ 'ਚੋਂ ਇੱਕ ਬੰਦਾ ਚੌਧਰੀ ਲਾਇਆ ਜਾਂਦਾ ਹੈ। ਬਾਬਾ ਜੀ ਦੇ ਨਿਕਟ ਵਰਤੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਖਿਆ, ਜੀ ਇਸ ਬੰਦੇ ਨੂੰ ਤੁਸੀਂ ਚੌਧਰੀ ਲਾ ਦਿੱਤਾ, ਆਪਾਂ ਇਹਨੂੰ ਜਾਣਦੇ ਨਹੀਂ ਇਹ ਕੌਣ ਹੈ। ਪਿੰਡ ਦੀ ਵਾਗਡੋਰ ਕਿਸੇ ਦੇ ਹੱਥ ਦੇਣੀ ਹੋਵੇ ਤੇ ਆਪਾਂ ਬੰਦਾ ਚੁਣਦੇ ਹਾਂ, ਤੇ ਤੁਸੀਂ ਫਰਿਆਦੀਆਂ ਨੂੰ ਵੀ ਚੌਧਰੀ ਕਰ ਦਿੱਤਾ। ਇਸ ਤਰ੍ਹਾਂ ਕਿਵੇਂ ਚੱਲੇਗਾ? ਇਹ ਨਿਆਂ ਕਰ, ਇਹ ਤਾਂ ਬਦਲਾ ਲਏਗਾ ਜਾ ਕੇ। ਬਾਬਾ ਜੀ ਨੇ ਬੜੇ ਸਹਿਜ ਤੇ ਠਾਮੇ ਨਾਲ ਉੱਤਰ ਦਿੱਤਾ, ਕਹਿਣ ਲੱਗੇ ਮੈਨੂੰ ਉਮੀਦ ਹੈ ਇਹ ਬੰਦਾ ਪਹਿਲੇ ਬੰਦਿਆਂ ਵਰਗਾ ਤੰਗ ਦਿਲ ਤੇ ਸੰਗ ਦਿਲ ਨਹੀਂ ਹੋਏਗਾ। ਪੁੱਛਿਆ, ਜੀ ਤੁਹਾਨੂੰ ਕਿਵੇਂ ਪਤਾ ਹੈ? ਕਹਿਣ ਲੱਗੇ ਇਹਨੇ ਜ਼ੁਲਮ ਵੇਖਿਆ, ਇਹਨੂੰ ਪੀੜ ਦਾ ਗਿਆਨ ਹੈ ਵੀ ਪੀੜ ਕੀ ਚੀਜ਼ ਹੁੰਦੀ ਹੈ। ਇਹਨੇ ਭੁੱਖ ਵੇਖੀ, ਇਹਨੂੰ ਭੁੱਖ ਦਾ ਅਹਿਸਾਸ ਹੈ ਵੀ ਭੁੱਖ ਕੀ ਚੀਜ਼ ਹੁੰਦੀ ਹੈ। ਇਹਦੇ ਹੱਥਾਂ 'ਚੋਂ ਰੋਟੀ ਖੋਈ ਗਈ, ਇਹਨੂੰ ਪਤਾ ਹੈ ਵੀ ਭੁੱਖ ਲੱਗੀ ਹੋਵੇ ਤੇ ਤੁਹਾਡੇ ਹੱਥਾਂ 'ਚੋਂ ਕੋਈ ਰੋਟੀ ਤਕੜਾ ਖੋਹ ਕੇ ਲੈ ਜਾਏ ਤੇ ਤੁਹਾਡੇ ਦਿਲ 'ਤੇ ਕੀ ਗੁਜ਼ਰਦੀ ਹੈ। ਜਦੋਂ ਇਹ ਇਸ ਤਰ੍ਹਾਂ ਕਰਨ ਲੱਗੇਗਾ ਨਾ, ਇਹਨੂੰ ਆਪਣਾ ਚੇਤਾ ਆਏਗਾ। ਉਹਨਾਂ ਦੀ ਮੁਸੀਬਤ ਇਹ ਹੈ ਵੀ ਉਹ ਚੌਧਰੀਆਂ ਦੇ ਘਰੇ ਹੀ ਚੌਧਰੀ ਪੈਦਾ ਹੋ ਜਾਂਦੇ ਨੇ। ਉਹਨਾਂ ਨੇ ਨਾ ਭੁੱਖ ਵੇਖੀ ਹੈ, ਨਾ ਦੁੱਖ ਵੇਖਿਆ, ਨਾ ਗੁਰਬਤ ਵੇਖੀ ਹੈ, ਨਾ ਤਕਲੀਫ ਵੇਖੀ। ਉਹਨਾਂ ਨੂੰ ਪਤਾ ਹੀ ਨਹੀਂ ਵੀ ਦੂਜੇ ਬੰਦਿਆਂ 'ਤੇ ਕੀ ਬੀਤ ਰਿਹਾ, ਦੂਜੇ ਲੋਕਾਂ 'ਤੇ ਕੀ ਗੁਜ਼ਰ ਰਿਹਾ। ਇਹ ਅਹਿਸਾਸ, ਇਹ ਤਜਰਬਾ ਜਿਸ ਮਨੁੱਖ ਦੇ ਜੀਵਨ ਵਿੱਚ ਨਹੀਂ ਨਾ। ਧੰਨ ਗੁਰੂ ਨਾਨਕ ਸਾਹਿਬ ਦਾ ਜੀਵਨ ਪੜ੍ਹਦੇ ਹਾਂ, ਹਜ਼ੂਰ ਨੇ ਕਟੋਰਾ ਚਿੱਕੜ ਦੇ ਵਿੱਚ ਸੁੱਟ ਕੇ ਭਾਈ ਲਹਿੜੇ ਨੂੰ ਆਖਿਆ ਵੀ ਕਟੋਰਾ ਤੁਸੀਂ ਕੱਢਣਾ। ਗੱਲ ਕੋਈ ਬਹੁਤੀ ਵੱਡੀ ਨਹੀਂ ਲੱਗਦੀ ਵੀ ਚਿੱਕੜ ਚੋਭੇ ਦੇ ਵਿੱਚ, ਗੰਦੇ ਪਾਣੀ ਦੇ ਵਿੱਚ ਕਟੋਰਾ ਡਿੱਗ ਪਏ ਤੇ ਕਿਸੇ ਤੋਂ ਵੀ ਕਢਾਇਆ ਜਾ ਸਕਦਾ ਸੀ। ਹਜ਼ੂਰ ਨੇ ਕੇਵਲ ਭਾਈ ਲਹਿਣੇ ਵੱਲ ਇਸ਼ਾਰਾ ਕੀਤਾ। ਪਤਾ ਕਿਉਂ? ਸਤਿਗੁਰੂ ਦੱਸਣਾ ਚਾਹੁੰਦੇ ਸਨ, ਲੋਕਾਂ ਦੀ ਗੰਦਗੀ ਚੁੱਕਣ ਵਾਲੇ ਬੰਦੇ, ਜਿਹੜੇ ਲੋਕਾਂ ਦੀ ਗੰਦਗੀ ਸਾਫ਼ ਕਰਦੇ ਨੇ, ਉਹਨਾਂ ਨੂੰ ਫਿਰ ਵੀ ਸਭ ਤੋਂ ਨੀਚ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਸ਼ਬਦਾਂ ਦੇ ਨਾਲ ਦੁਨੀਆ ਨਵਾਜ਼ਦੀ ਹੈ। ਉਹਨਾਂ ਤੋਂ ਕਈ ਗਜ਼ ਦੀ ਦੂਰੀ ਬਣਾ ਕੇ ਲੋਕ ਤੁਰਦੇ ਨੇ ਵੀ ਇਹ ਗੰਦ ਚੁੱਕਣ ਵਾਲੇ ਲੋਕ ਹੁੰਦੇ ਤਾਂ ਉਹ ਵੀ ਇਨਸਾਨ ਹੀ ਨੇ ਨਾ। ਉਹ ਸਾਡੀ ਗੰਦਗੀ ਚੁੱਕਦੇ ਨੇ, ਸਫਾਈਆਂ ਕਰਦੇ ਨੇ, ਪਰ ਅਸੀਂ ਉਹਨਾਂ ਨੂੰ ਬੰਦੇ ਮੰਨਣ ਲਈ ਵੀ ਤਿਆਰ ਨਹੀਂ ਹੁੰਦੇ। ਭਾਈ ਲਹਿਣਾ ਜੀ ਇੱਕ ਤਕੜੇ ਪਰਿਵਾਰ ਵਿੱਚ ਜੰਮੇ ਪਲੇ, ਪ੍ਰਵਾਨ ਚੜ੍ਹੇ ਸਨ। ਉਹਨਾਂ ਭੁੱਖ ਨਹੀਂ ਸੀ ਵੇਖੀ ਜ਼ਿੰਦਗੀ 'ਚ। ਉਹ ਵਿੱਦਿਆ ਦੇ ਧਨੀ ਸਨ, ਸ਼ਾਹੂਕਾਰਾ ਵਪਾਰ ਪੁਣਾ ਕਰਦੇ ਸਨ, ਸੁਸਾਇਟੀ 'ਚ ਮਾਣ ਸਨਮਾਨ ਸੀ। ਸਤਿਗੁਰੂ ਉਹਨਾਂ ਨੂੰ ਦੱਸਣਾ ਚਾਹੁੰਦੇ ਸਨ ਵੀ ਉਹਨਾਂ ਲੋਕਾਂ ਨੂੰ ਵੀ ਬੰਦੇ ਕਿਵੇਂ ਸਮਝਿਆ ਜਾਂਦਾ। ਇਹੀ ਕਾਰਨ ਹੈ ਵੀ ਕੰਧ ਢਹਿ ਗਈ ਤੇ ਭਾਈ ਲਹਿਣੇ ਕੋਲੋਂ ਬਣਵਾਈ। ਸਤਿਗੁਰੂ ਮਹਾਰਾਜ ਉਹਨਾਂ ਕੋਲੋਂ ਕੱਪੜੇ ਧੋਣ ਦੀ ਸੇਵਾ ਲੈਂਦੇ ਨੇ, ਝਾੜੂ ਮਾਰਨ ਦੀ ਸੇਵਾ ਲੈਂਦੇ ਨੇ, ਨਦੀਨਾਂ ਦੀ ਪੰਡ ਸਿਰ 'ਤੇ ਚੁਕਾ ਦਿੰਦੇ ਨੇ। ਉਹਨਾਂ ਨੂੰ ਪਤਾ ਤੇ ਲੱਗੇ ਵੀ ਸੰਸਾਰ ਵਿੱਚ ਹੱਥੀਂ ਕਿਰਤ ਕਰਨ ਵਾਲੇ ਮਨੁੱਖ, ਸਧਾਰਨ ਬੰਦੇ ਜਿਹੜੇ ਨੇ, ਗੁਰਬਤ ਸਹਿ ਕੇ, ਗਰੀਬੀ ਸਹਿ ਕੇ, ਦੁਨੀਆ ਦੇ ਜ਼ੁਲਮ ਤੱਕ ਵੀ ਸਹਿ ਕੇ ਕਿਵੇਂ ਆਪਣਾ ਪੇਟ ਪਾਲਦੇ ਤੇ ਕਿਵੇਂ ਦੂਜਿਆਂ ਦੀ ਮਦਦ ਕਰਦੇ ਨੇ। ਉਹਨਾਂ ਬੰਦਿਆਂ ਦੀ ਇੱਜ਼ਤ ਤੇ ਸਨਮਾਨ ਕਿਵੇਂ ਕੀਤਾ ਜਾਣਾ ਚਾਹੀਦਾ ਹੈ, ਇਹ ਤਾਂ ਹੀ ਹੋ ਸਕੇਗਾ ਜੇ ਉਹ ਚੀਜ਼ ਆਪਣੇ ਦਿਲ ਉੱਤੇ ਹੰਢਾਈ ਹੋਈ ਹੈ। ਦਰਅਸਲ ਉਹ ਤਿਆਰੀ ਹੋ ਰਹੀ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਭਾਈ ਲਹਿਣਾ ਜੀ ਦਾ ਅੰਤਰ ਆਤਮਾ ਪੱਕਾ ਕਰ ਰਹੇ ਸਨ ਵੀ ਉਹਨਾਂ ਲੋਕਾਂ ਨੂੰ ਆਪਣੇ ਸਮਝਣ ਦਾ ਸੁਭਾਅ ਕਿਵੇਂ ਪਾਲਿਆ ਜਾਏ। ਔਰ ਸੱਚੀ ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਭਾਈ ਲਹਿਣਾ ਜੀ ਦਾ ਉਹ ਜੀਵਨ ਕੱਢ ਦਿੱਤਾ। ਅਸੀਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਦਾ ਜੀਵਨ ਪੜ੍ਹਦੇ ਹਾਂ ਜਿਸ ਵੇਲੇ, ਤੇ ਮੈਂ ਜ਼ਿਕਰ ਕਰ ਰਿਹਾ ਸੀ ਨਾ ਵੀ ਜਿਵੇਂ ਨਿਰਵੈਰ ਹੋਣਾ ਹੋਵੇ ਕਿਸੇ ਨੇ, ਤੇ ਨਿਰਵੈਰ ਹੋਣ ਵਾਸਤੇ ਤੁਹਾਡੇ ਅੰਦਰ ਦਇਆ ਤੇ ਤਰਸ ਦੀ ਭਾਵਨਾ ਹੋਣੀ ਬੜੀ ਲਾਜ਼ਮੀ ਹੈ। ਤੁਹਾਡੇ ਅੰਦਰ ਇਹ ਅਹਿਸਾਸ ਹੋਣਾ ਬੜਾ ਜ਼ਰੂਰੀ ਹੈ ਵੀ ਮੇਰਾ ਰੱਬ ਜਿਹੜਾ ਮੇਰੇ 'ਚ ਵੱਸਦਾ ਉਹ ਦੂਜਿਆਂ 'ਚ ਵੀ ਵੱਸਦਾ। ਇਹੀ ਔਰੰਗਜ਼ੇਬ ਆਪਣੇ ਵੱਡੇ ਭਰਾ ਦਾਰਾ ਸਿਕੋ ਨੂੰ ਕੋਈ ਨਸ਼ੀਲੀ, ਕੋਈ ਜ਼ਹਿਰੀਲੀ ਚੀਜ਼ ਖਾਣੇ ਵਿੱਚ ਖਵਾ ਦਿੰਦਾ ਹੈ। ਸਾਰੀ ਖੇਡ ਕੀ ਚੱਲ ਰਹੀ ਸੀ ਵੀ ਮੇਰਾ ਵੱਡਾ ਭਰਾ ਜੇ ਮੇਰੇ ਰਾਹ 'ਚੋਂ ਹਟ ਜਾਏ ਤੇ ਤਖਤ ਮੈਨੂੰ ਮਿਲ ਜਾਏ। ਤੁਸੀਂ ਵੇਖੋ, ਰਾਜ ਘਰਾਣਿਆਂ ਵਿੱਚ ਧੜੇ ਬੜੇ ਹੁੰਦੇ ਸਨ। ਇੱਕ ਬਾਦਸ਼ਾਹ ਦੇ 3 ਸ਼ਹਿਜ਼ਾਦੇ ਨੇ ਤੇ ਤਿੰਨਾਂ ਦੇ ਨਾਲ ਹੀ ਦਰਬਾਰੀ ਮੰਤਰੀਆਂ ਨੇ ਜੋੜ ਬਣਾਏ ਨੇ। ਹਰ ਕੋਈ ਚਾਹੁੰਦਾ ਵੀ ਇਹ ਸ਼ਹਿਜ਼ਾਦਾ ਤਖਤ ਤੇ ਬਹਿ ਜਾਏ ਤੇ ਸਾਡੀ ਵੱਧ ਚੱਲੇ। ਰਾਜਨੀਤੀ ਮਹਿਲਾਂ ਦੇ ਗਲਿਆਰਿਆਂ ਦੇ ਵਿੱਚ ਜਿੰਨੀ ਚੱਲ ਰਹੀ ਹੈ, ਤੁਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅੱਖਾਂ ਬੰਦ ਕਰ ਜਾਣ ਤੋਂ ਬਾਅਦ 1839 'ਚ ਸ਼ੇਰੇ ਪੰਜਾਬ ਚਲਾਣਾ ਕਰ ਗਏ।
ਤੇ 1849 ਵਿੱਚ ਅੰਗਰੇਜ਼ਾਂ ਨੇ ਯੂਨੀਅਨ ਜੈਕ ਦਾ ਝੰਡਾ ਲਾਹੌਰ ਦੇ ਸ਼ਾਹੀ ਕਿਲੇ ਦੇ ਉੱਤੇ ਖਾਲਸਾਈ ਨਿਸ਼ਾਨ ਲਾ ਕੇ ਚੜ੍ਹਾ ਦਿੱਤਾ ਹੋਇਆ। 10 ਸਾਲ, ਇਹ 10 ਸਾਲ ਦਾ ਪੀਰੀਅਡ ਜਦੋਂ ਤੁਸੀਂ ਇਤਿਹਾਸ ਵਿੱਚੋਂ ਪੜ੍ਹੋਗੇ ਨਾ, ਤੁਸੀਂ ਖੂਨ ਦੇ ਹੰਝੂ ਰੋਵੋਗੇ ਜੇ ਅਹਿਸਾਸ ਜਿਉਂਦੇ ਹੋਣ ਦਾ, ਜੇ ਲਗਾਵ ਹੋਵੇ ਆਪਣੀ ਤਾਰੀਖ ਦੇ ਨਾਲ। ਉਹ ਕੁਝ ਵਾਪਰਿਆ ਜਿਹਦਾ ਕਿਆਸ ਨਹੀਂ ਸੀ ਕੀਤਾ ਜਾ ਸਕਦਾ। ਬੰਦੇ ਕਿਵੇਂ ਸ਼ੈਤਾਨ ਬਣਦੇ ਨੇ। ਭਾਈ ਸਾਹਿਬ ਜੀ ਸ਼ਬਦ ਪੜ੍ਹ ਰਹੇ ਸਨ ਨਾ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿਤ ਨ ਰਹਿਓ ਕੋਈ, ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਇਹ ਜਿਹੜੀਆਂ ਪੰਕਤੀਆਂ ਨੇ ਨਾ, ਧੰਨ ਗੁਰੂ ਨਾਨਕ ਸਾਹਿਬ ਦੀਆਂ ਉਚਾਰਨ ਕੀਤੀਆਂ ਨੇ। ਇਹਨਾਂ ਪੰਕਤੀਆਂ ਵਿੱਚ ਸਤਿਗੁਰੂ ਨੇ ਮਨੁੱਖੀ ਸੁਭਾਅ ਅਤੇ ਮਨੁੱਖ ਦੀ ਪ੍ਰਵਿਰਤੀ ਦਾ ਜ਼ਿਕਰ ਕੀਤਾ ਹੈ। ਖਿਆਲ ਵਿੱਚ ਰੱਖਿਓ, ਬਾਹਰੋਂ ਦੇਵਤਾ ਅਤੇ ਫਰਿਸ਼ਤਾ ਦਿਸਣ ਵਾਲਾ ਮਨੁੱਖ ਵੀ ਕਿਸ ਵੇਲੇ ਸ਼ੈਤਾਨੀਅਤ ਨਾਲ ਭਰਿਆ ਹੋਇਆ ਵਿਹਾਰ ਕਰੇ, ਕੋਈ ਦਾਅਵਾ ਨਹੀਂ ਕੀਤਾ ਜਾ ਸਕਦਾ। ਸਾਰੇ ਜਗਤ ਦੀ ਭੰਡੀ ਅਤੇ ਸਾਰੇ ਜਗਤ ਦੀ ਨਿੰਦਾ ਸਹਿਣ ਵਾਲਾ ਬੰਦਾ ਦੁਨੀਆ ਲਈ ਕੀ ਚੰਗਾ ਕਰ ਜਾਏ, ਇਹਦਾ ਵੀ ਕੋਈ ਦਾਅਵਾ ਨਹੀਂ ਕੀਤਾ ਜਾ ਸਕਦਾ। ਕਿਉਂਕਿ ਦੋਵੇਂ ਤਰ੍ਹਾਂ ਦੀਆਂ ਪੋਸੀਬਿਲਟੀਜ਼, ਸੰਭਾਵਨਾ ਜਿਹੜੀਆਂ ਨੇ ਉਹ ਸਾਡੇ ਅੰਦਰ ਪਈਆਂ ਨੇ। ਅਸੀਂ ਜਿਹੋ ਜਿਹੀ ਪ੍ਰੈਕਟਿਸ ਕਰ ਲਵਾਂਗੇ, ਆਪਣੇ ਅੰਦਰ ਦਾ ਫਰਿਸ਼ਤਾ ਵੀ ਜਗਾ ਸਕਦੇ ਹਾਂ ਅਤੇ ਸ਼ੈਤਾਨ ਵੀ ਜਗਾ ਸਕਦੇ ਹਾਂ। ਦੁਨੀਆ ਨੇ ਤਾਂ ਰਵਾਇਤ ਬਣਾ ਲਈ, ਸਾਡੇ ਵੀ ਕਈ ਧਾਰਮਿਕ ਅਸਥਾਨਾਂ 'ਤੇ ਐਸਾ ਵਿਹਾਰ ਹੁੰਦਾ ਹੈ। ਹੁਣ ਕੋਈ ਹੱਜ ਵਾਸਤੇ ਜਾਂਦਾ ਹੈ, ਹੱਜ ਲਈ ਉਹ ਕਾਬਾ ਸ਼ਰੀਫ ਗਿਆ ਅਤੇ ਉੱਥੇ ਉਹ ਸ਼ੈਤਾਨ ਨੂੰ ਪੱਥਰ ਮਾਰਨੇ ਨਹੀਂ ਭੁੱਲਦਾ, ਅਤੇ ਉਹ ਸੋਚਦਾ ਵੀ ਮੈਂ ਤਾਂ ਸ਼ੈਤਾਨ ਮੇਰੇ ਪੱਥਰਾਂ ਨਾਲ ਮਰ ਗਿਆ, ਮੈਂ ਸ਼ੈਤਾਨ ਨੂੰ ਪੱਥਰ ਮਾਰੇ ਨੇ ਤਾਂ ਬੜਾ ਵੱਡਾ ਪੁੰਨ ਕਰਮ ਕਰ ਲਿਆ। ਪਰ ਨਹੀਂ, ਹੋਰੇ ਪੈਗੰਬਰਾਂ ਨੇ ਤਾਂ ਇਹ ਸਿਖਾਇਆ ਸੀ ਵੀ ਆਪਣੇ ਅੰਦਰ ਦੇ ਸ਼ੈਤਾਨ ਨੂੰ ਸਿਰ ਨਾ ਚੁੱਕਣ ਦੇਈ, ਇਹਦਾ ਸਿਰ ਕੁਚਲਦਾ ਰਹੀਂ ਵਕਤ ਦੇ ਉੱਤੇ। ਪਰ ਬੰਦੇ ਨੇ ਉਹਨੂੰ ਇੱਕ ਰਸਮ ਬਣਾ ਲਿਆ, ਉਹ ਪੱਥਰ ਵੀ ਬਾਹਰੋਂ ਚੁੱਕਦਾ ਅਤੇ ਉਹਨੂੰ ਲੱਗਦਾ ਵੀ ਸ਼ੈਤਾਨ ਵੀ ਬਾਹਰ ਹੈ, ਅਤੇ ਉਸੇ ਨੂੰ ਮਾਰ ਕੇ ਉਹ ਸਮਝਦਾ ਹੁਣ ਮੈਂ ਧਰਮ ਕਮਾ ਲਿਆ, ਮੈਂ ਪੁੰਨ ਕਮਾ ਲਿਆ। ਨਹੀਂ, ਪੈਗੰਬਰਾਂ ਦੇ ਬੋਲ ਸਨ ਵੀ ਸ਼ੈਤਾਨ ਨੂੰ ਆਪਣੇ ਅੰਦਰ ਹੋਸ਼ ਵਿੱਚ ਨਾ ਆਉਣ ਦੇਈ, ਇਹ ਸਦਾ ਹੀ ਰਹਿੰਦਾ ਹੈ, ਇਹ ਸ਼ਰੀਕ ਹੈ ਤੇਰੇ ਅੰਦਰ ਦੇ ਧਰਮ ਦਾ। ਇਸ ਸ਼ਰੀਕ ਨੂੰ ਸਿਰ ਨਹੀਂ ਚੁੱਕਣ ਦੇਣਾ, ਜਿਸ ਦੇ ਅੰਦਰ ਦਾ ਸ਼ੈਤਾਨ ਜਾਗ ਪਿਆ, ਇਹ ਤਬਾਹੀ ਪੈਦਾ ਕਰਦਾ ਹੈਗਾ। ਇਹ ਮਾਸੂਮ ਬੱਚਿਆਂ ਦੇ ਖੂਨ ਨਾਲ ਹੱਥ ਰੰਗ ਲੈਂਦਾ ਸਵਾਰਥ ਵਾਸਤੇ, ਉਹਨੂੰ ਧਰਮ ਦਾ ਨਾਂ ਵੀ ਦੇ ਦਿੰਦਾ। ਇਹ ਬੜੀ ਬੁਰੀ ਬਲਾ ਹੈ, ਇਸ ਦਾ ਸਿਰ ਕੁਚਲ ਕੇ ਰੱਖੀ, ਸਦਾ ਇਸ ਨੂੰ ਮਾਰਾਂ ਅਤੇ ਚੋਭਾਂ ਲਾਉਂਦਾ ਰਹੀਂ। ਪਰ ਬੰਦੇ ਨੇ ਉਸ ਚੀਜ਼ ਨੂੰ ਬਾਹਰ ਦੀ ਰਸਮ ਬਣਾ ਕੇ ਕੇਵਲ ਆਪਣਾ ਹੰਕਾਰ ਪੂਰਾ ਕਰ ਲਿਆ ਵੀ ਮੈਂ ਸ਼ੈਤਾਨ ਦੇ ਵਿਰੁੱਧ ਹਾਂ, ਜਦੋਂ ਕਿ ਕੰਮ ਬੰਦਾ ਸ਼ੈਤਾਨਾਂ ਵਾਲੇ ਹੀ ਕਰਦਾ, ਕਰਮ ਉਹਦੇ ਸ਼ੈਤਾਨਾਂ ਦੇ ਹੱਕ ਵਿੱਚ ਹੀ ਭੁਗਤਦੇ ਨੇ, ਦਾਅਵਾ ਉਸ ਦਾ ਵੱਖਰਾ ਹੁੰਦਾ। ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਨੂੰ ਪੜ੍ਹੀਏ, ਜਿੱਥੇ ਹਜ਼ੂਰ ਮਹਾਰਾਜ ਨੇ ਫਰਮਾਇਆ ਵੀ ਸਾਡੇ ਅੰਦਰ ਹੀ ਇਹ ਸਭ ਕੁਝ ਭਰਿਆ ਪਿਆ, ਅੰਮ੍ਰਿਤ ਵੀ ਸਾਡੇ ਅੰਦਰ ਹੈ ਅਤੇ ਜ਼ਹਿਰ ਵੀ ਸਾਡੇ ਅੰਦਰ ਭਰਿਆ ਪਿਆ। ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕਉ ਦੋਏ ਫਲ ਲਾਏ। ਇਹ ਦੋਵੇਂ ਫਲ ਸਾਡੇ ਲੱਗੇ ਹੋਏ ਨੇ ਸਾਡੇ ਜੀਵਨ ਨੂੰ। ਅੰਮ੍ਰਿਤ ਵੀ ਸਾਡੇ ਜੀਵਨ 'ਚ ਹੈ, ਜ਼ਹਿਰ ਵੀ ਸਾਡੇ ਜੀਵਨ 'ਚ ਹੈ। ਇਹਨੂੰ ਕਿਹਾ ਜਾਂਦਾ ਹੈ ਸੰਭਾਵਨਾਵਾਂ ਨੇ ਔਗਣਾ ਕਮਾਉਣ ਦੀਆਂ ਵੀ ਅਤੇ ਗੁਣ ਕਮਾਉਣ ਦੀਆਂ ਵੀ। ਸਾਹਿਬ ਸਾਡੇ ਅੰਦਰ ਦੇ ਗੁਰਮੁਖੀ ਸੁਭਾਅ ਨੂੰ ਜਗਾਉਂਦੇ ਨੇ। ਸਾਡੀ ਸਾਰੀ ਪ੍ਰੈਕਟਿਸ ਅਤੇ ਅਭਿਆਸ ਉਸ ਅੰਮ੍ਰਿਤ ਨੂੰ ਪੀਣ ਅਤੇ ਅੰਮ੍ਰਿਤਮਈ ਜੀਵਨ ਬਣਾਉਣ ਉੱਤੇ ਲਾਉਂਦੇ ਨੇ। ਇਹ ਕਾਰਨ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਣਾਂ ਦੀ, ਗੁਰਮੁਖਤਾਈ ਦੇ ਜੀਵਨ ਦੀ ਵਿਆਖਿਆ ਵੀ ਤੁਹਾਨੂੰ ਮਿਲਦੀ ਹੈ, ਅਤੇ ਮਨਮੁਖੀ ਜੀਵਨ ਦੀ ਵਿਆਖਿਆ ਵੀ ਸਤਿਗੁਰੂ ਨੇ ਬਾਣੀ ਵਿੱਚ ਕਰਨ ਤੋਂ ਗੁਰੇਜ਼ ਨਹੀਂ ਕੀਤਾ, ਕਿਉਂਕਿ ਉਹਦੇ ਬਾਰੇ ਵੀ ਦੱਸਣਾ ਬੜਾ ਜ਼ਰੂਰੀ ਸੀ। ਅੱਜ ਜਿਵੇਂ ਵਬਾ ਫੈਲੀ ਹੈ, ਬਿਮਾਰੀ ਫੈਲੀ ਹੈ, ਅਤੇ ਡਾਕਟਰ ਜਿੱਥੇ ਤੁਹਾਨੂੰ ਇਲਾਜ ਦੱਸਦੇ ਨੇ ਉੱਥੇ ਨਾਲ ਬਿਮਾਰੀ ਬਾਰੇ ਵੀ ਤਾਂ ਜਾਣਕਾਰੀ ਦਿੰਦੇ ਨਾ ਵੀ ਇਹ ਕਿਵੇਂ ਫੈਲਦੀ ਹੈ ਅਤੇ ਕਿਵੇਂ ਅੱਗੇ ਵੱਧਦੀ ਹੈ, ਅਤੇ ਇਹਦੇ ਤੋਂ ਕੀ ਪਰਹੇਜ਼ ਅਤੇ ਇਲਾਜ ਕੀਤੇ ਜਾ ਸਕਦੇ ਨੇ। ਇਹੀ ਕਾਰਨ ਹੈ ਵੀ ਜਿੰਨਾ ਚਰਚਾ ਰੋਗ ਤੋਂ ਬਚਣ ਦਾ ਹੁੰਦਾ ਹੈ, ਉਹਨਾਂ ਰੋਗ ਦੀ ਆਪਣੀ ਨਿੱਜੀ ਹੈਸੀਅਤ ਦੀ ਜਾਣਕਾਰੀ ਵੀ ਦੇਣਾ ਜ਼ਰੂਰੀ ਸਮਝਿਆ ਜਾਂਦਾ ਹੈ। ਮਨਮੁਖਤਾਈ ਵੀ ਇੱਕ ਰੋਗ ਹੈ, ਅਤੇ ਰੋਗ ਸਾਡੇ ਅੰਦਰ ਹੀ ਹੁੰਦਾ ਹੈ। ਸਤਿਗੁਰੂ ਨੇ ਇਹਦੀ ਵੀ ਵਿਆਖਿਆ ਇਸ ਕਰਕੇ ਕੀਤੀ ਹੈ ਵੀ ਸਾਨੂੰ ਪਤਾ ਲੱਗੇ ਇਹ ਰੋਗ ਸਾਡੇ ਜੀਵਨ ਵਿੱਚ ਕਿਵੇਂ ਘਰ ਕਰਦਾ ਹੈ ਅਤੇ ਕਿਵੇਂ ਅੱਗੇ ਵੱਧਦਾ ਹੈ, ਅਤੇ ਇਹ ਕੀ ਤਬਾਹੀ ਸਿਰਜਦਾ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਦੇ ਜੀਵਨ ਦੀ ਮੈਂ ਉਦਾਹਰਣ ਦੇ ਰਿਹਾ ਸਾਂ ਵੀ ਔਰੰਗਜ਼ੇਬ ਨੇ ਆਪਣੇ ਵੱਡੇ ਭਰਾ ਨੂੰ ਕੋਈ ਜ਼ਹਿਰੀਲੀ ਚੀਜ਼ ਆਪਣੇ ਨੌਕਰਾਂ ਨਫਰਾਂ ਦੇ ਰਾਹੀਂ ਖਵਾ ਦਿੱਤੀ ਵੀ ਉਹ ਬਿਮਾਰ ਪੈ ਗਿਆ। ਸ਼ਾਹੀ ਦਵਾਖਾਨਾ ਜਿਹੜਾ ਕਿ ਸ਼ਾਹਜਹਾਨ ਦਾ ਆਪਣਾ ਦਵਾਖਾਨਾ ਹੈ, ਸ਼ਾਹੀ ਵੈਦਾਂ ਨੂੰ ਉਸਨੇ ਸੱਦਿਆ ਵੀ ਸ਼ਹਿਜ਼ਾਦੇ ਦੀ ਹਾਲਤ ਵਿੱਚ ਕੋਈ ਸੁਧਾਰ ਕਿਉਂ ਨਹੀਂ। ਉਹਨਾਂ ਨੇ ਕਿਹਾ ਜੀ ਅਸੀਂ ਆਪਣਾ ਪੂਰਾ ਯਤਨ ਕਰ ਰਹੇ ਹਾਂ ਵੀ ਸ਼ਹਿਜ਼ਾਦਾ ਦੀ ਸਿਹਤ
ਜਿਹੜੀ ਨਾਸ ਆ ਜਾਏ, ਕਿਸੇ ਨਾ ਕਿਸੇ ਤਰ੍ਹਾਂ ਮੋੜਾ ਖਾ ਜਾਏ। ਪਰ ਸਾਨੂੰ ਕੁਝ ਚੀਜ਼ਾਂ ਹੋਰ ਚਾਹੀਦੀਆਂ ਹੋਣਗੀਆਂ। ਸਾਡਾ ਖਿਆਲ ਹੈ ਵੀ ਜੇ ਉਹਨਾਂ ਚੀਜ਼ਾਂ ਨਾਲ ਬਣੀ ਹੋਈ ਦਵਾਈ ਸ਼ਹਿਜ਼ਾਦੇ ਨੂੰ ਦਿੱਤੀ ਜਾਏ ਤਾਂ ਇਹਦੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ। ਆਖਿਆ ਫਿਰ ਤੁਸੀਂ ਦੇਰੀ ਕਿਉਂ ਕਰਦੇ ਹੋ? ਕਹਿਣ ਲੱਗੇ ਜੀ ਵਿਡੰਬਣਾ ਦੀ ਗੱਲ ਇਹ ਹੈ ਵੀ ਇਹ ਚੀਜ਼ਾਂ ਸਾਡੇ ਦਵਾਖਾਨੇ ਵਿੱਚ ਮੌਜੂਦ ਨੇ। ਉਹਨੇ ਕਿਹਾ ਜਿੱਥੋਂ ਵੀ ਮਿਲ ਸਕਦੀਆਂ ਨੇ ਯਤਨ ਕੀਤਾ ਜਾਏਗਾ, ਤੁਸੀਂ ਦੱਸੋ ਕਿੱਥੋਂ ਮਿਲ ਸਕਦੀਆਂ ਨੇ। ਉਹਨਾਂ ਨੇ ਦੱਸ ਪਾਈ ਜੀ ਸਾਡਾ ਧਿਆਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਵੱਲ ਜਾਂਦਾ ਹੈ। ਕੀਰਤਪੁਰ ਵਿੱਚ ਉਹਨਾਂ ਦਾ ਦਵਾਖਾਨਾ ਹੈ ਜਿੱਥੋਂ ਇਹ ਦਵਾਈਆਂ ਮਿਲਣ ਦੀ ਸੰਭਾਵਨਾ ਹੈ। ਜੇ ਉਹਨਾਂ ਤੱਕ ਪਹੁੰਚ ਕੀਤੀ ਜਾਏ ਤੇ ਗੁਰੂ ਹਰਿਰਾਏ ਸਾਹਿਬ ਦੇ ਦਵਾਖਾਨੇ 'ਚੋਂ ਜੇ ਇਹ ਚੀਜ਼ਾਂ ਮਿਲ ਜਾਣ ਤੇ ਸ਼ਹਿਜ਼ਾਦੇ ਦੇ ਲਈ ਦਵਾਈ ਬਣਾਈ ਜਾ ਸਕਦੀ ਹੈ। ਸ਼ਾਹਜਹਾਨ ਨੇ ਸ਼ਾਹੀ ਵੈਦ ਤੇ ਨਾਲ ਇੱਕ ਨੌਕਰਾਂ ਦੀ ਨਫਰਾਂ ਦੀ ਟੋਲੀ ਘੱਲੀ ਕੀਰਤਪੁਰ ਦੀ ਧਰਤੀ 'ਤੇ। ਚੇਤੇ ਵਿੱਚ ਰੱਖਿਓ, ਸ਼ਾਹਜਹਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਜੰਗਾਂ ਲੜ ਚੁੱਕਿਆ। ਸ਼ਾਹਜਹਾਨ ਦਾ ਬਾਪ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕਰਦਾ ਹੈ। ਇੱਕ ਪਾਸੇ ਉਹ ਧਿਰ ਖੜੀ ਹੈ ਬਾਬਰਕਿਆਂ ਦੀ, ਜਿਨ੍ਹਾਂ ਦਾ ਇਤਿਹਾਸ ਇਹ ਕਹਿੰਦਾ ਵੀ ਉਹਨਾਂ ਗੁਰੂ ਸਾਹਿਬ ਜੀ ਦੇ ਨਾਲ ਕਦੇ ਮਿੱਤਰਤਾ, ਕਦੇ ਪ੍ਰੇਮ ਪੂਰਵਕ ਵਿਹਾਰ ਨਹੀਂ ਕੀਤਾ ਸਿਵਾਏ ਅਕਬਰ ਤੋਂ। ਉਹਨਾਂ ਨੇ ਗੁਰੂ ਸਾਹਿਬਾਨ ਨੂੰ ਤਸੀਹੇ ਵੀ ਦਿੱਤੇ, ਤਤੀਆਂ ਤਵੀਆਂ 'ਤੇ ਵੀ ਬਿਠਾਇਆ ਤੇ ਗੁਰੂ ਪਾਤਸ਼ਾਹ ਨਾਲ ਜੰਗਾਂ ਵੀ ਲੜੀਆਂ। ਤੇ ਇੱਕ ਪਾਸੇ ਗੁਰੂ ਮਹਾਰਾਜ ਦੀ ਧਿਰ ਖੜੀ। ਗੁਰੂ ਹਰਿਰਾਏ ਸਾਹਿਬ ਮਹਾਰਾਜ ਇਹ ਜਾਣਦੇ ਸਨ ਵੀ ਜਿਹੜਾ ਵੈਦ ਮੇਰੀ ਹਜ਼ੂਰੀ 'ਚ ਆ ਕੇ ਖੜਾ ਹੈ ਤੇ ਜਿਸ ਬਾਦਸ਼ਾਹ ਦਾ ਸੁਨੇਹਾ ਕੁਝ ਚੀਜ਼ਾਂ ਵਾਸਤੇ ਆਇਆ ਹੈ, ਉਹ ਲੋਕ ਕੌਣ ਨੇ ਤੇ ਉਹਨਾਂ ਨੇ ਸਾਡੇ ਨਾਲ ਵਿਹਾਰ ਕਿਹੋ ਜਿਹਾ ਕੀਤਾ। ਪਰ ਸਤਿਗੁਰੂ ਦੀ ਦਰਿਆ ਦਿਲੀ ਵੇਖੋ, ਹਜ਼ੂਰ ਨੇ ਗੁਰੂ ਘਰ ਦੇ ਵੈਦ ਨੂੰ ਸੱਦਿਆ ਤੇ ਆਖਿਆ ਵੀ ਜੇ ਚੀਜ਼ਾਂ ਆਪਣੇ ਕੋਲ ਮੌਜੂਦ ਨੇ ਤੇ ਇਹਨਾਂ ਨੂੰ ਦਿੱਤੀਆਂ ਜਾਣ। ਉਹ ਚੀਜ਼ਾਂ ਦੇ ਦਿੱਤੀਆਂ ਗਈਆਂ, ਉਹਨਾਂ ਦੀ ਦਵਾਈ ਬਣਾਈ ਗਈ ਤੇ ਦਾਰਾ ਸਕੋਹ ਦੀ ਬਿਮਾਰੀ ਕੱਟੀ ਗਈ, ਉਹ ਤੰਦਰੁਸਤ ਹੋ ਗਿਆ। ਜੇ ਸਤਿਗੁਰੂ ਚਾਹੁੰਦੇ ਤੇ ਨਾ ਵੀ ਕਰ ਸਕਦੇ ਸਨ ਵੀ ਅਸੀਂ ਨਹੀਂ ਦੇ ਸਕਦੇ, ਸਾਡੇ ਕੋਲ ਮੌਜੂਦ ਨਹੀਂ, 100 ਬਹਾਨਾ ਕੀਤਾ ਜਾ ਸਕਦਾ। ਪਰ ਗੁਰੂ ਮਹਾਰਾਜ ਦੇ ਦਿਲ ਵਿੱਚ ਕਿਸੇ ਦੇ ਪ੍ਰਤੀ ਨਾ ਨਫ਼ਰਤ ਹੈ, ਨਾ ਵੈਰ ਹੈ, ਨਾ ਬੇਇਤਫਾਕੀ ਦੀ ਭਾਵਨਾ ਹੈ, ਨਾ ਕੋਈ ਛਾਲ ਹੈ, ਨਾ ਕਪਟ ਹੈ। ਕਿਉਂਕਿ ਇਹ ਚੀਜ਼ਾਂ ਅਧਰਮੀ ਬੰਦੇ ਦੇ ਜੀਵਨ 'ਚ ਹੁੰਦੀਆਂ ਨੇ, ਧਰਮੀ ਮਨੁੱਖ ਦੇ ਜੀਵਨ 'ਚ ਨਹੀਂ ਹੁੰਦੀਆਂ। ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਤੁਸੀਂ ਨਿਰਵੈਰਤਾ ਦਾ ਗੁਣ ਵੇਖੋ। ਔਰ ਦੂਜੀ ਸਭ ਤੋਂ ਵੱਡੀ ਗੱਲ ਵੇਖੋ, ਸ਼ਾਹੀ ਦਵਾਖਾਨੇ ਵਿੱਚ ਉਹ ਚੀਜ਼ਾਂ ਤੇ ਮੌਜੂਦ ਨਹੀਂ, ਪਰ ਗੁਰੂ ਹਰਿਰਾਏ ਸਾਹਿਬ ਦੇ ਦਵਾਖਾਨੇ 'ਚੋਂ ਮੌਜੂਦ ਨੇ। ਤੇ ਗੁਰੂ ਹਰਿਰਾਏ ਸਾਹਿਬ ਦਾ ਦਵਾਖਾਨਾ ਸਧਾਰਨ ਲੋਕਾਂ ਲਈ ਹੈ, ਚੇਤੇ 'ਚ ਰੱਖਿਓ। ਸ਼ਾਹੀ ਦਵਾਖਾਨਾ ਕੇਵਲ ਸ਼ਾਹੀ ਪਰਿਵਾਰ ਲਈ ਹੈ ਤੇ ਗੁਰੂ ਹਰਿਰਾਏ ਸਾਹਿਬ ਦਾ ਦਵਾਖਾਨਾ ਸਧਾਰਨ ਸੰਗਤ ਲਈ, ਸਧਾਰਨ ਲੋਕਾਂ ਲਈ ਹੈ। ਕੈਸਾ ਧਰਮ ਜਿਸ ਦੇ ਪੈਰ, ਜਿਸ ਦੀਆਂ ਜੜ੍ਹਾਂ ਪੰਜਾਬ ਦੀ ਧਰਤੀ 'ਤੇ ਲੱਗੀਆਂ ਸਨ। ਕਿਵੇਂ ਲੋਕ ਉਸ ਗੁਰੂ ਦੀ ਖਾਤਰ ਆਪਣਾ ਆਪ ਕੁਰਬਾਨ ਕਰਨ ਲਈ ਤਿਆਰ ਹੋ ਗਏ, ਕਿਉਂਕਿ ਐਸਾ ਮਹਿਬੂਬ ਸਤਿਗੁਰੂ ਜਦੋਂ ਤੋਂ ਇਹ ਜ਼ਮੀਨ ਸਰ ਜ਼ਮੀਨ ਹੋਂਦ ਵਿੱਚ ਆਈ ਸੀ ਪੰਜਾਬ ਦੀ ਧਰਤੀ 'ਤੇ, ਕਿਸੇ ਨੇ ਐਸਾ ਆਗੂ ਡਿੱਠਾ ਹੀ ਨਹੀਂ ਸੀ। ਇਹ ਵਡਿਆਈ ਹੈ ਸਤਿਗੁਰੂ ਮਹਾਰਾਜ ਦੇ ਦਰ ਦੀ। ਹਜ਼ੂਰ ਦੇ ਕੋਲ ਕੋਈ ਵੀ ਬਰਕਤ ਹੈ ਨਾ ਪਰਮੇਸ਼ਰ ਦੀ, ਉਹਨਾਂ ਨੇ ਸਧਾਰਨ ਲੋਕਾਂ ਦੇ ਨਾਲ ਸਾਂਝੀ ਕਰ ਲਈ, ਸਧਾਰਨ ਲੋਕਾਂ ਵਿੱਚ ਵੰਡ ਲਈ। ਅਸੀਂ 8ਵੇਂ ਪਾਤਸ਼ਾਹ ਦਾ ਜੀਵਨ ਪੜ੍ਹਦੇ ਹਾਂ, ਜਿਸ ਵੇਲੇ ਦਿੱਲੀ ਦੀ ਧਰਤੀ 'ਤੇ ਮਹਾਰਾਜ ਬਿਰਾਜਮਾਨ ਨੇ, ਰਾਏ ਸੀਨਾ ਪਿੰਡ ਦੇ ਕੋਲ, ਜਿੱਥੇ ਗੁਰਦੁਆਰਾ ਬੰਗਲਾ ਸਾਹਿਬ ਸੁਭਾਇਮਾਨ ਹੈ। ਔਰ ਇਹ ਭਾਈ ਲੱਖੀ ਰਾਏ ਵਣਜਾਰੇ ਦਾ ਬਜ਼ੁਰਗ ਸੀ, ਸੀਨਾ ਰਾਏ, ਉਹਦੇ ਨਾਂ 'ਤੇ ਰਾਏ ਸੀਨਾ ਪਿੰਡ ਵਸਿਆ। ਸਾਹਿਬ ਸਤਿਗੁਰੂ ਗੁਰੂ ਹਰਕ੍ਰਿਸ਼ਨ ਮਹਾਰਾਜ ਇੱਥੇ ਮੌਜੂਦ ਨੇ ਤੇ ਚੇਚਕ ਦੀ ਬਿਮਾਰੀ ਫੈਲ ਜਾਂਦੀ ਹੈ ਦਿੱਲੀ ਦੇ ਕੁਝ ਬਸਤੀਆਂ ਦੇ ਵਿੱਚ। ਸਰਕਾਰ ਆਪਣਾ ਯਤਨ ਕਰਦੀ ਹੈ, ਪਰ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਉਹਨਾਂ ਲੋਕਾਂ ਦੀ ਮਦਦ ਲਈ ਆਪਣੀ ਸਾਰੀ ਤਾਕਤ, ਸਾਰੇ ਸੇਵਾਦਾਰ, ਸਾਰਾ ਦਵਾਖਾਨਾ ਤੇ ਲੰਗਰ ਸਭ ਕੁਝ ਲੋਕਾਂ ਲਈ ਖੋਲ੍ਹ ਦਿੰਦੇ ਨੇ। ਖਿਆਲ ਵਿੱਚ ਰੱਖਿਓ ਕੀ ਸਟੇਟਸ ਹੋਏਗਾ ਉਸ ਸਮੇਂ ਵੀ ਬਾਦਸ਼ਾਹੀ ਤਖਤ ਦੇ ਪਰਛਾਵੇਂ ਥੱਲੇ ਵਬਾ ਫੈਲੇ ਤੇ ਉੱਥੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਲੋਕਾਂ ਦੀ ਇਮਦਾਦ ਤੇ ਮਦਦ ਲਈ ਆਪ ਬੌੜੀ ਕਰ ਰਹੇ ਨੇ। ਪੁਰਤਗਾਲ ਦੇ ਪਾਦਰੀ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵਕਤ, ਜਹਾਂਗੀਰ ਦੇ ਸਮੇਂ, ਪੁਰਤਗਾਲ ਦੇ ਪਾਦਰੀ ਭਾਰਤ ਵਿੱਚ ਪਹੁੰਚ, ਈਸਟ ਇੰਡੀਆ ਕੰਪਨੀ ਨੇ ਆਪਣਾ ਵਪਾਰ ਜਿਹੜਾ ਸੀ ਉਹ ਮੁੱਢਲੇ ਰੂਪ 'ਚ ਸ਼ੁਰੂ ਕਰ ਲਿਆ ਸੀ ਤੇ ਪਾਦਰੀ ਜਿਹੜੇ ਸਨ ਉਹ ਭਾਰਤ ਪਹੁੰਚਣੇ ਸ਼ੁਰੂ ਹੋ ਗਏ ਸਨ। ਤੇ ਇੱਕ ਪਾਦਰੀ ਜਿਹੜਾ ਉਸ ਵੇਲੇ ਲਾਹੌਰ ਦੇ ਇਲਾਕੇ ਵਿੱਚ ਫਿਰਦਾ, ਜਦੋਂ 1595 'ਚ ਲਾਹੌਰ ਦੇ ਆਲੇ ਦੁਆਲੇ ਕੁਝ ਪਿੰਡਾਂ 'ਚ ਕਾਲ ਪੈਂਦਾ ਹੈ, ਬਿਮਾਰੀ ਫੈਲਦੀ ਹੈ, ਬੁਖਾਰ ਵੱਧਦਾ ਹੈ
ਤੇ ਉਸ ਵੇਲੇ ਜਦੋਂ ਅੰਨ ਦੀ ਤੋਟ ਪੈਂਦੀ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਉਧਰ ਉਹਨਾਂ ਪਿੰਡਾਂ ਵਿੱਚ ਜਾ ਕੇ ਲੰਗਰ ਲਾਉਂਦੇ ਨੇ, ਉਹਨਾਂ ਪਿੰਡਾਂ ਵਿੱਚ ਜਾ ਕੇ ਲੋਕਾਂ ਦਾ ਦਾਰੂ ਦਰਮਲ ਕਰਦੇ ਨੇ, ਔਰ ਇਹੋ ਜਿਹੀਆਂ ਭੈੜੀਆਂ ਬਿਮਾਰੀਆਂ ਵਿੱਚ ਲੋਕਾਂ ਨੂੰ ਢਾਰਸ ਦੇ ਰਹੇ ਨੇ। ਚੜ੍ਹਦੀ ਕਲਾ ਨਾਲ ਜਿਉਣਾ ਤੇ ਉਹਨਾਂ ਦੀਆਂ ਸਹੂਲਤਾਂ ਦਾ ਖਿਆਲ ਕਰ ਰਹੇ, ਲੋੜਾਂ ਦਾ ਖਿਆਲ ਕਰ ਰਹੇ। ਸਤਿਗੁਰੂ ਨੂੰ ਸੇਵਾ ਕਰਦਿਆਂ ਡਿੱਠਾ ਤੇ ਉਹ ਪੁਰਤਗਾਲ ਦਾ ਪਾਦਰੀ ਆਪਣੇ ਹੈੱਡਕੁਆਟਰ ਕੀ ਲਿਖ ਕੇ ਭੇਜਦਾ ਹੈ, ਜਿੰਨਾ ਚਿਰ ਗੁਰੂ ਅਰਜਨ ਸਾਹਿਬ ਮਹਾਰਾਜ ਵਰਗਾ ਮਸੀਹਾ ਪੰਜਾਬ ਦੀ ਧਰਤ ਉੱਤੇ ਮੌਜੂਦ ਹੈ, ਕਿਸੇ ਹੋਰ ਮਜ਼ਹਬ ਦੇ ਪੈਰ ਇੱਥੇ ਨਹੀਂ ਲੱਗ ਸਕਦੇ। ਚੇਤੇ ਵਿੱਚ ਰੱਖੋ, ਇਹ ਗੁਰੂ ਨਾਨਕ ਦਾ ਦਰ ਹੈ, ਜਿਸ ਨੇ ਆਪਣੀ ਘਾਲਣਾ ਤੇ ਕਮਾਈ ਦੇ ਨਾਲ ਧਰਮ ਦਾ ਪ੍ਰਚਾਰ ਕੀਤਾ ਹੈ, ਜਿਸ ਦੇ ਆਪਣੀ ਰੱਤ ਡੋਲ ਕੇ ਧਰਮ ਦਾ ਪਰਚਮ ਨਿਸ਼ਾਨ ਇੱਥੇ ਚੁਲਾਇਆ। ਕੋਈ ਲੋਕਾਂ ਨੂੰ ਜਾਦੂਗਰੀਆਂ ਵਿਖਾ ਕੇ ਧਾਰਮਿਕ ਨਹੀਂ ਸੀ ਬਣਾਇਆ, ਭਰਮਾਂ ਭੁਲੇਖਿਆਂ ਜਾਂ ਲਾਲਚ ਦੇ ਕੇ ਧਰਮੀ ਨਹੀਂ ਸੀ ਬਣਾਇਆ। ਸਤਿਗੁਰੂ ਮਹਾਰਾਜ ਉਹਨਾਂ ਲੋਕਾਂ ਦੇ ਬਰਾਬਰ ਜਾ ਬੈਠੇ ਸਨ। ਇਸੇ ਕਰਕੇ ਉਹ ਕਹਿਣ ਲਈ ਮਜਬੂਰ ਹੋਇਆ ਵੀ ਜਿੰਨਾ ਚਿਰ ਗੁਰੂ ਅਰਜਨ ਸਾਹਿਬ ਮਹਾਰਾਜ ਵਰਗੇ ਮਸੀਹਾ ਇਸ ਧਰਤੀ 'ਤੇ ਮੌਜੂਦ ਨੇ, ਕਿਸੇ ਹੋਰ ਮਜ਼ਹਬ ਦੇ, ਕਿਸੇ ਹੋਰ ਮੱਤ ਦੇ ਇੱਥੇ ਪੈਰ ਲੱਗਣ ਦੀ ਸੰਭਾਵਨਾ ਨਹੀਂ, ਕਿਉਂਕਿ ਲੋਕਾਂ ਦੇ ਸਭ ਤੋਂ ਵੱਧ ਨੇੜੇ ਗੁਰੂ ਅਰਜਨ ਸਾਹਿਬ ਮਹਾਰਾਜ। ਜਿਹੜਾ ਦੁਨੀਆ ਲਈ ਤੱਤੀ ਤਵੀ 'ਤੇ ਬਹਿ ਜਾਏ ਉਹ ਲੋਕਾਂ ਦਾ ਆਪਣਾ ਹੈ, ਕਿ ਜਿਹੜਾ ਜਾਦੂਗਰੀਆਂ ਵਿਖਾਉਣ ਦੇ ਭਰਮਜਾਲ ਸਿਰਜੇ ਉਹ ਲੋਕਾਂ ਦਾ ਆਪਣਾ ਹੈ। ਸਾਡੇ ਸਤਿਗੁਰੂ ਸਾਹਿਬਾਨ ਇੰਨੀ ਮਹਾਨ ਸੱਤਾ ਦੇ ਮਾਲਕ, ਬਰਕਤਾਂ ਦੇ ਮਾਲਕ ਨੇ। ਇਸੇ ਲਈ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਸਾਡੇ ਚਿੰਤਨ ਵਿੱਚ, ਤੁਸੀਂ ਵੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ 3 ਹੀ ਪ੍ਰਮੁੱਖ ਚੀਜ਼ਾਂ ਨੇ। ਇੱਕ ਹੈ ਅਕਾਲ ਪੁਰਖ ਵਾਹਿਗੁਰੂ ਤੇ ਉਹਦੀ ਇਬਾਦਤ, ਦੂਜਾ ਹੈ ਗੁਰਬਾਣੀ ਵਿੱਚ ਗੁਰਮੁਖ, ਤੇ ਤੀਜਾ ਹੈ ਗੁਰੂ। ਤੇ ਜਿੰਨੀ ਵੀ ਕਹਾਣੀ, ਜਿੰਨੇ ਵੀ ਗੁਰਮਤਿ ਦਾ ਅਕੀਦਾ ਘੁੰਮਦਾ, ਸਾਰੇ ਦਾ ਸਾਰਾ ਗੁਰੂ ਦੇ ਇਰਦ ਗਿਰਦ ਘੁੰਮਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਗੁਰਮੁਖ ਕੌਣ ਬਣਾ ਸਕਦਾ ਹੈ? ਗੁਰੂ। ਰੱਬ ਨਾਲ ਕੌਣ ਜੋੜ ਸਕਦਾ ਹੈ? ਗੁਰੂ। ਗੁਰੂ ਤੇ ਹੀਰੋ ਹੈ, ਗੁਰੂ ਨਾਇਕ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ। ਭੱਟਾਂ ਨੇ ਜਿੰਨੇ ਵੀ ਸਵਈਏ ਲਿਖੇ, ਸਾਰੇ ਦੇ ਸਾਰੇ ਗੁਰੂ ਜੋਤ ਨੂੰ ਸਮਰਪਿਤ ਨੇ। ਇਸ ਲਈ ਸਾਹਿਬ ਸਤਿਗੁਰੂ ਮਹਾਰਾਜ ਆਖਦੇ ਨੇ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ, ਜੈਸੇ ਹਮ ਸਤਿਗੁਰ ਰਾਖ ਲਿਏ ਛਡਾਏ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾਏ। ਹੇ ਮੇਰੇ ਸਤਿਗੁਰੂ, ਤੂੰ ਮੇਰੇ ਮਾਂ ਦੇ ਸਮਾਨ ਹੈ, ਮੇਰਾ ਬਾਪ ਹੈ, ਮੇਰਾ ਰਿਸ਼ਤੇਦਾਰ ਹੈ, ਮੇਰਾ ਸਖਾ, ਮੇਰਾ ਮਿੱਤਰ ਹੈ। ਚੌਥੇ ਪਾਤਸ਼ਾਹ ਮਹਾਰਾਜ ਦੀ ਬੋਲੀ ਤੇ ਸਤਿਗੁਰੂ ਦਾ ਅੰਦਾਜ਼ ਇੰਨਾ ਮੁਹੱਬਤ ਭਰਿਆ ਵੀ ਉਹ ਤਾਂ ਸਤਿਗੁਰੂ ਨੂੰ ਮਿੱਤਰ ਵੀ ਕਹਿ ਲੈਂਦੇ ਨੇ। ਸਾਨੂੰ ਤੇ ਅੱਜ ਕੋਈ ਇੰਨਾ ਹੀ ਕਹਿ ਦੇਣਾ ਚੌਰ ਕਰੋ ਤੇ ਅਸੀਂ 35 ਬਹਾਨੇ ਕੱਢਦੇ ਹਾਂ। ਇੰਨਾ ਡਰ ਹੁੰਦਾ ਗੁਰੂ ਦੇ ਨੇੜੇ ਜਾਣ। ਅਸੀਂ ਡਰਾਕਲ ਲੋਕ ਹਾਂ, ਅਸੀਂ ਗੁਰੂ ਨਾਲ ਮੁਹੱਬਤ ਨਹੀਂ ਕਰਦੇ, ਅਸੀਂ ਸੁੱਚੇ ਹੋਣ ਦਾ ਪਖੰਡ ਕਰਦੇ ਹਾਂ, ਅਸੀਂ ਦੰਭ ਕਰਦੇ ਹਾਂ, ਅਸੀਂ ਜੀ ਚੰਗੇ ਨਹੀਂ, ਅਸੀਂ ਤਾਂ ਮਹਾਰਾਜ ਦੇ ਕੋਲ ਨਹੀਂ ਜਾਂਦੇ। ਨਹੀਂ, ਗੁਰੂ ਨਾਲ ਮਿੱਤਰਤਾ ਬਣਾਓ, ਗੁਰੂ ਨਾਲ ਨੇੜਤਾ ਦਾ ਅਹਿਸਾਸ ਕਰੋ, ਤਾਂ ਗੁਰੂ ਦੀ ਬਾਣੀ ਨੂੰ ਪੜ੍ਹਿਆ ਜਾਏਗਾ, ਤਾਂ ਬਾਣੀ ਨੂੰ ਪੜ੍ਹ ਕੇ ਸਤਿਗੁਰੂ ਦਾ ਬਚਨ ਕਮਾਉਣ ਨੂੰ ਜੀ ਕਰੇਗਾ। ਅਸੀਂ ਉਸ ਵਿਅਕਤੀ ਨੂੰ ਹਮੇਸ਼ਾ ਚੇਤੇ ਜ਼ਿਆਦਾ ਕਰਦੇ ਹਾਂ ਜਿਸ ਨਾਲ ਸਾਡੀ ਦਿਲੀ ਮੁਹੱਬਤ ਸਭ ਤੋਂ ਵੱਧ ਹੋਵੇ। ਇਹ ਕਾਰਨ ਹੈ, ਬੰਦਾ ਮੁਸੀਬਤ 'ਚ ਹੋਵੇ ਨਾ, ਜਿਹੜਾ ਸਭ ਤੋਂ ਦਿਲ ਦੀਆਂ ਅਹਿਸਾਸਾਂ ਦੇ ਨੇੜੇ ਹੁੰਦਾ, ਬੰਦਾ ਸਭ ਤੋਂ ਪਹਿਲਾਂ ਉਸੇ ਨੂੰ ਖਬਰ ਦਿੰਦਾ। ਕਈ ਵਾਰ ਉਹ ਆਪਣੇ ਪਰਿਵਾਰ 'ਚ ਨਹੀਂ ਦੱਸਦਾ ਆਪਣੀ ਮੁਸ਼ਕਲ, ਆਪਣੇ ਮਿੱਤਰ ਨੂੰ ਪਹਿਲਾਂ ਦੱਸਦਾ। ਮਿੱਤਰ ਨਾਲ ਖੂਨ ਦਾ ਬਲੱਡ ਰਿਲੇਸ਼ਨ ਨਾ ਵੀ ਹੋਵੇ, ਨਹੀਂ ਵੀ ਹੁੰਦਾ, ਤਾਂ ਵੀ ਬੰਦਾ ਆਪਣਾ ਦੁੱਖ ਸੁੱਖ ਤੇ ਆਪਣੇ ਜੀਵਨ ਦੀਆਂ ਗੁੱਝੀਆਂ ਤੇ ਭੇਦ ਭਰੀਆਂ ਗੱਲਾਂ ਆਪਣੇ ਮਿੱਤਰ ਨਾਲ ਹੀ ਸਾਂਝੀਆਂ ਕਰਦਾ ਹੈ। ਤੇ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕੀ ਕਹਿੰਦੇ ਨੇ? ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਫਿਰ ਇਹ ਵੀ ਕਹਿ ਦਿੰਦੇ ਨੇ, ਸਤਿਗੁਰ ਮਿੱਤਰ ਮੇਰਾ ਬਾਲ ਸਖਾਈ। ਸਾਹਿਬ ਸਤਿਗੁਰੂ ਰਹਿਮਤ ਕਿਰਪਾ ਬਖਸ਼ਿਸ਼ ਕਰਨ। ਜਿੱਥੇ ਅਸੀਂ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਨੂੰ ਪੜ੍ਹਦੇ ਸੁਣਦੇ, ਉੱਥੇ ਗੁਰੂ ਸਾਹਿਬਾਨ ਦਾ ਇਤਿਹਾਸ, ਸਤਿਗੁਰੂ ਮਹਾਰਾਜ ਦੀ ਕਰਨੀ ਕਮਾਈ ਜੋ ਉਹਨਾਂ ਨੇ ਆਪਣੇ ਜੀਵਨ ਵਿੱਚ ਸਾਨੂੰ ਦਾਤਾਂ ਤੇ ਬਖਸ਼ਿਸ਼ਾਂ ਦਿੱਤੀਆਂ ਨੇ, ਉਹਨਾਂ ਦਾ ਚੇਤਾ ਵੀ ਜ਼ਰੂਰ ਰੱਖੀਏ, ਤਾਂ ਕਿ ਗੁਰਬਾਣੀ ਤੇ ਇਤਿਹਾਸ ਦੇ ਸੁਮੇਲ ਨਾਲ ਅਸੀਂ ਗੁਰਸਿੱਖੀ ਦੇ ਇਸ ਮਾਰਗ ਦੇ ਉੱਤੇ ਪ੍ਰੇਰਨਾ ਲੈ ਕੇ ਅੱਗੇ ਵੱਧਦੇ ਰਹਿ ਸਕੀਏ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।